किताब ते सिख भी निकलिया गया। लेखक कुलबीर सिंह कौड़ा। भाग 15वां। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। आज़ाद भारत विच गुलाम सिख। जिहड़ी कहानी मैं बयान करन लगा हाँ वो इकल्ले मेरे परिवार दी नहीं, ਲੱਖਾਂ ਪਰਿਵਾਰਾਂ ਨਾਲ ਸਾਡੇ ਵਾਲਾ ਹੀ ਹਾਲ ਹੋਇਆ ਸੀ। ਕਰੋੜਾਂ ਰੁਪਈਆਂ ਦੀਆਂ ਜਾਇਦਾਦਾਂ ਛੱਡ ਕੇ ਆਉਣ ਵਾਲੇ ਕੱਖਾਂ ਤੋਂ ਵੀ ਹੌਲੇ ਹੋਏ ਪਏ ਸਨ। ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਦੇ ਆਈਆਂ ਵਾਂਗ ਸਿੱਖ ਲੀਡਰਾਂ ਦੀ ਗਲਤੀ ਦਾ ਖਮਿਆਜ਼ਾ ਵਿਚਾਰੇ ਸਧਾਰਨ ਲੋਕ ਭੁਗਤ ਰਹੇ ਸਨ। ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਜੂਆਂ ਵਾਲੇ ਦਾ ਕੀ ਗਿਆ। ਢੱਗੀ ਨਾ ਵੱਛੀ ਤੇ ਨੀਂਦ ਆਵੇ ਅੱਛੀ, ਇਹ ਦੋਵੇਂ ਲੀਡਰ ਤੇ ਉਧਰ ਵੀ ਦਰੂਦ ਦੇ ਟੁਕੜਿਆਂ ਤੇ ਹੀ ਪਲਦੇ ਸਨ। ਕਦੇ ਬਲਦੇਵ ਸਿੰਘ ਕੋਲੋਂ ਪੈਸੇ ਲੈ ਲਏ ਤੇ ਕਦੇ ਕਿਸੇ ਹੋਰ ਸਰਮਾਏਦਾਰ ਕੋਲੋਂ। ਬਲਦੇਵ ਸਿੰਘ ਤਾਂ ਬੰਜਵਾਂ 5 ਰੁਪਈਆ ਗਿਆਨੀ ਕਰਤਾਰ ਸਿੰਘ ਨੂੰ ਦਿੰਦੇ ਸਨ। ਕਹਿੰਦੇ ਹਨ ਦੁੱਧ ਉਹਦਾ ਜਿਹੜਾ ਉਬਲਣ ਤੋਂ ਪਹਿਲਾਂ ਸਾਂਭ ਲਵੇ। ਸਾਨੂੰ ਤਾਂ ਇਹ ਵੀ ਪਤਾ ਨਾ ਲੱਗ ਸਕਿਆ ਕਿ ਦੁੱਧ ਉਬਾਲਣ ਲਈ ਕਦੋਂ ਦਾ ਧਰਿਆ ਹੋਇਆ ਸੀ। ਸਾਂਭਣਾ ਸਵਾਹ ਸੀ। ਆਪਣੀ ਹੀ ਧੋਤੀ ਵਿੱਚ ਅੜ ਕੇ ਡਿੱਗਣ ਵਾਲੇ ਲੋਕ ਹੁਣ ਹੁਕਮਰਾਨ ਬਣ ਗਏ ਸਨ ਤੇ ਅਸੀਂ ਪਨਾਹਗੀਰ ਤੇ ਰਿਫਿਊਜੀ। ਪਾਕਿਸਤਾਨ ਬਣਨ ਤੋਂ ਪਹਿਲਾਂ ਤਾਂ ਸਿੱਖ ਰਾਜਨੀਤੀ ਦਾ ਇਹ ਹਾਲ ਸੀ ਜਿਵੇਂ ਲੰਗੜਾ ਨੱਚੇ, ਗੂੰਗਾ ਗਾਵੇ ਤੇ ਲੁੰਜਾ ਢੋਲ ਵਜਾਵੇ। ਮਾਮੂਲੀ ਸਕੂਲ ਮਾਸਟਰ ਤਾਂ ਸਿੱਖਾਂ ਦੇ ਲੀਡਰ ਸਨ। ਸਿੱਖਾਂ ਦੀ ਗੱਲ ਵੱਲ ਕਿਹਨੇ ਧਿਆਨ ਦੇਣਾ ਸੀ। ਫਿਰ ਉਹਨਾਂ ਲੀਡਰਾਂ ਸਾਹਮਣੇ ਜਿਹੜੇ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਤੇ ਨਾਮੀ ਵਕੀਲ ਸਨ। ਇਹਨਾਂ ਟੁੱਚੀ ਜਿਹੇ ਲੀਡਰਾਂ ਦੀ ਤਾਂ ਉਹਨਾਂ ਸਾਹਮਣੇ ਬੋਲਣ ਲੱਗਿਆਂ ਵੀ ਘਿੱਗੀ ਵੱਜ ਜਾਂਦੀ ਸੀ। ਸਿੱਖਾਂ ਦਾ ਕੇਸ ਇਹਨਾਂ ਨੇ ਉਹਨਾਂ ਨੂੰ ਕੀ ਸਮਝਾਉਣਾ ਸੀ। ਕरेंगे किसी को वो क्या, ਰਹਿਨੁਮਾਈ ਲੁਟਾ ਕੇ ਜੋ ਕਾਫਲਾ ਖੁਦ ਆ ਗਏ ਹੈ। ਸਿਆਣੇ ਕਹਿੰਦੇ ਹਨ ਕਿ ਜਦੋਂ ਸਮੁੰਦਰ ਵਿੱਚ ਤੂਫਾਨ ਆਉਂਦਾ ਹੈ ਤਾਂ ਜਹਾਜ਼ ਡੁੱਬਦੇ ਹਨ, ਸਮੁੰਦਰ ਦੀਆਂ ਮੱਛੀਆਂ ਨਹੀਂ। ਮਾਸਟਰ ਤਾਰਾ ਸਿੰਘ ਤੇ ਕਰਤਾਰ ਸਿੰਘ ਗਿਆਨੀ ਜੂਆਂ ਵਾਲੇ ਦਾ ਕੀ ਗਿਆ। ਉਹ ਤਾਂ ਫਿਰ ਇੱਧਰ ਆ ਕੇ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਪਰ ਲੱਖਾਂ ਲੋਕਾਂ ਦਾ ਬੇੜਾ ਇਹਨਾਂ ਨੇ ਗਰਕ ਕਰ ਦਿੱਤਾ ਤੇ ਮੌਜਾਂ ਕਰਦੇ ਲੋਕ ਕੌਡੀ ਕੌਡੀ ਦੇ ਮੁਹਤਾਜ ਹੋ ਗਏ। ਸਾਨੂੰ ਪਾਕਿਸਤਾਨ ਵਿੱਚੋਂ ਛੱਡ ਕੇ ਆਉਣ ਵਾਲੀ ਜ਼ਮੀਨ ਦੇ ਵੱਟੇ ਇੱਧਰ 100 ਏਕੜ ਜ਼ਮੀਨ ਅਲਾਟ ਹੋਈ। ਇਹ ਜ਼ਮੀਨ ਵੀ ਕਰਬਲਾ ਦੇ ਮੈਦਾਨ ਵਰਗੀ ਸੀ। ਇਸ ਵਿੱਚ ਇੱਕ ਟਿੱਬਾ ਸੀ ਜਿਸ ਦਾ ਨਾਂ ਸ਼ਾਹ ਬੱਗਾ ਸੀ। ਇੱਥੋਂ ਦੇ ਰਹਿਣ ਵਾਲੇ ਦੁਆਬੀਏ ਸੁਣਾਉਂਦੇ ਹੁੰਦੇ ਸਨ ਕਿ ਇੱਕ ਵਾਰ ਇੱਕ ਪਠਾਨ ਇਸ ਟਿੱਬੇ ਤੇ ਹਲ ਵਾਹੁਣ ਗਿਆ ਤੇ ਬਹੁਤ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਤੱਕ ਹਲ ਵਾਹੁੰਦਾ ਰਿਹਾ। ਪਠਾਣੀ ਮਗਰ ਰੋਟੀ ਲੈ ਕੇ ਗਈ। ਪਠਾਨ ਨੇ ਹਲ ਖੜਾ ਕੀਤਾ ਤੇ ਰੋਟੀ ਖਾਣ ਲੱਗ ਪਿਆ। ਹਲ ਵਾਹਕਾਂ ਨੂੰ ਆਦਤ ਹੁੰਦੀ ਹੈ ਕਿ ਹਲ ਦੀ ਜੰਗੀ ਜਿਸ ਦੇ ਥੱਲੇ ਲੋਹੇ ਦਾ ਇੱਕ ਫਾੜਾ ਹੁੰਦਾ ਹੈ ਤੇ ਉਸ ਫਾੜੇ ਨਾਲ ਹੀ ਜ਼ਮੀਨ ਪੁੱਟੀ ਹੁੰਦੀ ਹੈ ਦੇ ਲਾਗੇ ਹੀ ਬਹਿ ਕੇ ਰੋਟੀ ਖਾਂਦੇ ਹੁੰਦੇ ਸਨ ਤਾਂ ਕਿ ਬੌਲਦ ਆਪਣੇ ਆਪ ਨਾ ਤੁਰ ਪੈਣ ਤੇ ਉਹ ਲੋਹੇ ਦਾ ਤਿੱਖਾ ਫਾੜਾ ਬੌਲਦ ਦੇ ਪੈਰ ਵਿੱਚ ਵੱਜ ਕੇ ਬੌਲਦ ਫਾੜਿਆ ਜ਼ਖਮੀ ਨਾ ਹੋ ਜਾਵੇ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਮਹੀਨਾ ਬੌਲਦ ਵਗਣ ਦੇ ਕਾਬਲ ਨਹੀਂ ਰਹਿੰਦਾ ਤੇ ਲੰਗੜਾਉਂਦਾ ਰਹਿੰਦਾ ਹੈ। ਪਠਾਣੀ ਨੇ ਵੀ ਲਾਗੇ ਹੀ ਲੱਸੀ ਵਾਲਾ ਡੋਲੂ ਰੱਖ ਦਿੱਤਾ। ਪਠਾਨ ਰੋਟੀ ਖਾ ਰਿਹਾ ਸੀ। ਬੌਲਦ ਨੇ ਅਚਾਨਕ ਮੱਖੀ ਝੱਲਣ ਲਈ ਪੂਛ ਮਾਰੀ ਤੇ ਡੋਲੂ ਦਾ ਕੁੰਡਾ ਉਹਦੀ ਪੂਛ ਦੇ ਵਾਲਾਂ ਨਾਲ ਅੜ ਕੇ ਮੁੱਧਾ ਹੋ ਗਿਆ। ਪਠਾਨ ਦੇ ਸੰਗ ਵਿੱਚ ਬੁਰਕੀ ਫਸ ਗਈ। ਉਹ ਜੀ ਭਿਆਣਾ ਪਹਿਲਾਂ ਸਾਡੇ ਹੀ ਪਿੰਡ ਵੱਲ ਨੱਠਾ, ਪਰ ਫੁਰਲਾਂਗ ਤੇ ਜਾ ਕੇ ਉਸਨੇ ਸੋਚਿਆ ਇਹ ਦੂਰ ਹੈ, ਪਹੁੰਚ ਨਹੀਂ ਸਕਾਂਗਾ। ਫਿਰ ਉਹ ਵਰਿਆਣੇ ਨਾਂ ਦੇ ਪਿੰਡ ਵੱਲ ਭੱਜਿਆ, ਉਹ ਵੀ ਉਸ ਨੂੰ ਦੂਰ ਲੱਗਾ। ਫਿਰ ਸੰਗਲ ਸੋਲ ਪਿੰਡ ਵੱਲ ਭੱਜਾ, ਉਸ ਨੂੰ ਵੀ ਦੂਰ ਸਮਝ ਕੇ ਅਖੀਰ ਜਦੋਂ ਉਹ ਨਾਲਾ ਪਿੰਡ ਵਾਲੇ ਪਾਸੇ ਨੂੰ ਦੌੜਿਆ ਤਾਂ ਉਹ ਵੀ ਓਨੀ ਹੀ ਦੂਰ ਸੀ। ਓਨੇ ਚਿਰ ਤੱਕ ਜ਼ਿਆਦਾ ਹੀ ਬੇਹਾਲ ਹੋ ਚੁੱਕਾ ਸੀ ਤੇ ਅਖੀਰ ਉਹ ਡਿੱਗ ਪਿਆ ਤੇ ਸ਼ਾਹ ਬੱਗੇ ਟਿੱਬੇ ਉੱਤੇ ਹੀ ਦਮ ਤੋੜ ਗਿਆ। ਇਹ ਸ਼ਾਹ ਬੱਗਾ ਟਿੱਬਾ ਸਾਡੀ ਜ਼ਮੀਨ ਦੇ ਐਨ ਵਿਚਕਾਰ ਸਥਿਤ ਸੀ। ਜਦੋਂ ਸਾਨੂੰ ਜ਼ਮੀਨ ਦੀ ਅਲਾਟਮੈਂਟ ਹੋ ਗਈ ਤੇ ਦਖਲ ਦੇਣ ਵਾਲੇ ਪਟਵਾਰੀ ਤੇ ਕਾਨੂੰਗੋ ਆਏ ਤਾਂ ਉਹ ਮੇਰੇ ਪਿਤਾ ਜੀ ਨੂੰ ਉਸ ਜ਼ਮੀਨ ਵਿੱਚ ਲੈ ਗਏ ਤੇ ਕਿਹਾ ਇਹ 106 ਏਕੜ ਜ਼ਮੀਨ ਤੁਹਾਡੀ ਹੀ ਹੈ। ਇਹ ਸੁਣਦਿਆਂ ਹੀ ਜਦੋਂ ਮੇਰੇ ਪਿਤਾ ਜੀ ਨੇ ਜ਼ਮੀਨ ਵੱਲ ਨਿਗਾਹ ਮਾਰੀ ਤਾਂ ਉਹਨਾਂ ਨੂੰ ਗਸ਼ ਪੈ ਗਏ, ਕਿਉਂਕਿ ਇਹਦੇ ਮੁਕਾਬਲੇ ਵਿੱਚ ਅਸੀਂ ਜਿਹੜੀ ਜ਼ਮੀਨ ਲਾਇਲਪੁਰ ਛੱਡ ਕੇ ਆਏ ਸਾਂ
ਉਹ ਲਾਇਲਪੁਰ ਸ਼ਹਿਰ ਦੀਆਂ ਕੰਧਾਂ ਦੇ ਨਾਲ ਸੀ ਤੇ 5 ਮੁਰੱਬੇ ਸਾਡੀ ਜ਼ਮੀਨ ਇਕੱਠੀ ਇੱਕ ਟੱਕ ਸੀ ਤੇ 5 ਮੁਰੱਬਿਆਂ ਨੂੰ ਵੱਖਰਾ ਨਹਿਰ ਦਾ ਮੋਗਾ ਲੱਗਾ ਹੋਇਆ ਸੀ। ਉੱਥੇ ਹਰ 5 ਮੁਰੱਬੇ ਵਿੱਚ ਇੱਕ ਵੱਖਰਾ ਮੋਗਾ ਸੀ। ਲਾਇਲਪੁਰ ਦੇ 2 ਬਾਜ਼ਾਰਾਂ ਦਾ ਕੂੜਾ ਸਾਡੇ ਗੱਡੇ ਲਿਆ ਕੇ ਖੇਤਾਂ ਵਿੱਚ ਪਾਉਂਦੇ ਰਹਿੰਦੇ ਸਨ। ਇਹ ਸ਼ਹਿਰ ਛਤਰੀ ਦੀ ਤਰਜ਼ ਤੇ ਹੈ। ਛਤਰੀ ਦੀਆਂ ਤਾਰਾਂ ਵਾਂਗ ਹੀ ਇਸ ਦੇ 8 ਬਾਜ਼ਾਰ ਹਨ ਤੇ ਵਿਚਕਾਰ ਘੰਟਾ ਘਰ ਹੈ। 2 ਬਾਜ਼ਾਰਾਂ ਦਾ ਕੂੜਾ ਸਭ ਤੋਂ ਵਧੀਆ ਗਿਣਿਆ ਜਾਂਦਾ ਸੀ। ਕੰਜਰਾਂ ਵਾਲਾ ਬਾਜ਼ਾਰ ਤੇ ਰੇਲ ਬਾਜ਼ਾਰ। ਉਦੋਂ ਫਲਸ਼ ਸਿਸਟਮ ਨਹੀਂ ਸੀ ਹੁੰਦਾ, ਇਸ ਲਈ ਗੰਦ ਮੈਲਾ ਨੂੰ ਚੁੱਕਣ ਵਾਲੇ, ਜਿਨ੍ਹਾਂ ਨੂੰ ਮੈਲਾ ਚੁੱਕਣ ਵਾਲੇ ਕਹਿੰਦੇ ਹਨ, ਘਰਾਂ ਵਿੱਚੋਂ ਲਿਆ ਕੇ ਸਾਡੇ ਪਹਿਲਾਂ ਤੋਂ ਖਲੋਤੇ 4 ਗੱਡਿਆਂ ਵਿੱਚ ਭਰ ਦਿੰਦੇ ਸਨ ਤੇ ਸਾਡੇ ਬੰਦੇ ਜਿਹੜੇ ਕਿ ਮੈਲਾ ਚੁੱਕਣ ਤੇ ਲਿਆਉਣ ਦਾ ਕੰਮ ਕਰਦੇ ਸਨ, ਉਹ 4 ਗੱਡੇ ਬੌਲਦ ਜੋ ਕੇ ਲੈ ਆਉਂਦੇ ਸਨ ਤੇ 4 ਖਾਲੀ ਗੱਡੇ ਉੱਥੇ ਖੜੇ ਕਰ ਆਉਂਦੇ ਸਨ। ਇਸ ਤਰ੍ਹਾਂ ਮੀਂਹ ਜਾਵੇ, ਹਨੇਰੀ ਜਾਵੇ, ਇਹ ਕੰਮ ਨਿਰੰਤਰ ਚੱਲਦਾ ਰਹਿੰਦਾ ਸੀ। ਮਨੁੱਖਾਂ ਦਾ ਇਹ ਨਿਰੋਲ ਗੰਦ ਫਸਲਾਂ ਲਈ ਨਿਰਾ ਸੋਨਾ ਸੀ। ਗੋਭੀ ਤੇ ਆਲੂ ਸਾਡੇ ਖੇਤਾਂ ਵਿੱਚ ਉਲਰਦੇ ਆਉਂਦੇ ਸਨ। ਲਾਇਲਪੁਰ ਸ਼ਹਿਰ ਦੀ ਮਿਊਨਿਸਪਲ ਕਮੇਟੀ ਬਕਾਇਦਾ ਇਨ੍ਹਾਂ ਬਾਜ਼ਾਰਾਂ ਦੇ ਕੂੜੇ ਦੀ ਨਿਲਾਮੀ ਕਰਦੀ ਸੀ ਤੇ ਜ਼ਿਮੀਂਦਾਰਾਂ ਵੱਲੋਂ ਵੱਧ ਚੜ੍ਹ ਕੇ ਬੋਲੀ ਦਿੱਤੀ ਜਾਂਦੀ ਸੀ। ਹਰ ਕੋਈ ਇਨ੍ਹਾਂ ਬਾਜ਼ਾਰਾਂ ਦਾ ਕੂੜਾ ਲੈਣਾ ਚਾਹੁੰਦਾ ਸੀ, ਇਸ ਲਈ ਬੋਲੀ ਦਿੰਦਿਆਂ ਤਲਖੀ ਵੀ ਹੋ ਜਾਂਦੀ ਤੇ ਗੋਲੀ ਚੱਲਣ ਤੱਕ ਵੀ ਨੌਬਤ ਆਉਂਦੀ ਸੀ। ਕਈ ਵਾਰੀ ਮੁਕਾਬਲਾ ਕਰਦਿਆਂ ਕੂੜੇ ਦੀ ਨਿਲਾਮੀ ਦਾ ਮੁੱਲ ਦੁੱਗਣੇ ਤੋਂ ਵੀ ਵੱਧ ਜਾਂਦਾ ਸੀ। 2 ਮੁਰੱਬੇ ਜ਼ਮੀਨ ਸਾਡੀ ਨਵੇਂ ਪਿੰਡ ਸੀ, ਉਹ ਵੀ ਨਹਿਰ ਦੇ ਮੋਗੇ ਦੇ ਨਾਲ ਲੱਗਦੀ ਸੀ। ਮੁਰੱਬੇ ਜ਼ਮੀਨ ਹੈ ਕਿ ਪੰਜਾਬੀ ਦੀ ਕਹਾਵਤ ਵਾਂਗ ਬੰਦਾ ਵੱਢ ਕੇ ਬੀਜਿਆਂ ਵੀ ਦੂਜੇ ਦਿਨ ਉੱਗ ਪੈਂਦਾ ਸੀ। ਤੇ ਇੱਥੇ ਕਰਬਲਾ ਦਾ ਟਿੱਬਾ ਸ਼ਾਹ ਬੱਗਾ ਮਿਲਿਆ। ਇੱਧਰ ਥੋੜੀ ਜਿਹੀ ਜ਼ਮੀਨ ਪਿੰਡ ਦੇ ਲਾਗੇ ਵੀ ਮਿਲੀ ਭਾਲੀ ਸੀ। ਦੁਆਬੇ ਵਿੱਚ ਖੂਹ ਤੇ ਜੋਣ ਵਾਲੀ ਇੱਕ ਜੋੜੀ ਬਲਦ ਮਸਾਂ 2 ਸਾਲ ਕੱਢਦੀ ਸੀ ਤੇ ਉੱਪਰੋਂ ਥੱਲੇ ਖੂਹ ਵਿੱਚ ਵੇਖਿਆ ਪਾਣੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦੂਰ ਅਸਮਾਨ ਵਿੱਚ ਕੋਈ ਤਾਰਾ ਲਿਸ਼ਕਦਾ ਹੋਵੇ। ਫਸਲ ਪਲਦੀ ਸੀ। ਮੇਰੇ ਪਿਤਾ ਜੀ ਨੂੰ ਬਹੁਤ ਗਹਿਰਾ ਸਦਮਾ ਲੱਗਾ, ਪਰ ਕਰ ਕੀ ਸਕਦੇ ਸਨ। ਉਹਨਾਂ ਨੇ ਮਹਿਕਮਾ ਮੁੜ ਵਸਾਊ ਨੂੰ ਦਰਖਾਸਤ ਦੇ ਕੇ ਉਹ ਜ਼ਮੀਨ ਕੈਂਸਲ ਕਰਕੇ ਹੋਰ ਕਿਤੇ ਸ਼ਹਿਰ ਦੇ ਲਾਗੇ ਉਪਜਾਊ ਜ਼ਮੀਨ ਦੇਣ ਦੀ ਬੇਨਤੀ ਕੀਤੀ। 3-4 ਪਿੰਡ ਸ਼ੇਖਾ, ਕੋਟਲਾ, ਸੁੱਚੀ ਪਿੰਡ ਵਗੈਰਾ ਦੇ ਲੋਕਾਂ ਦੀ ਜ਼ਮੀਨ ਪਾਕਿਸਤਾਨ ਵਿੱਚ ਸ਼ਹਿਰ ਤੋਂ 16ਵੇਂ ਮੀਲ ਤੇ ਸੀ, ਪਰ ਇੱਥੇ ਉਹਨਾਂ ਨੂੰ ਸ਼ਹਿਰ ਦੇ ਮੁੱਢ ਜ਼ਮੀਨ ਪੈ ਗਈ ਤਾਂ ਸਰਕਾਰ ਨੇ ਉਹਨਾਂ ਨੂੰ 50% ਦੀ ਕੱਟ ਲਾਈ ਤੇ ਉਸ ਕੱਟ ਲੱਗਣ ਨਾਲ ਜਿਹੜੀ ਜ਼ਮੀਨ ਖਾਲੀ ਹੋਈ ਉਹ ਸਾਨੂੰ ਅਲਾਟ ਕਰ ਦਿੱਤੀ। ਇਹ ਕੁਝ ਸਾਡੇ ਕਹਿਣ ਕਰਕੇ ਨਹੀਂ ਸੀ ਹੋਇਆ, ਸਰਕਾਰ ਉਹਨਾਂ ਨੂੰ ਪਹਿਲਾਂ ਹੀ ਕੱਟ ਲਾ ਚੁੱਕੀ ਸੀ। ਇਹ ਜ਼ਮੀਨ ਬਹੁਤ ਉਪਜਾਊ ਤੇ ਪੱਧਰੀ ਸੀ, ਪਰ ਸੀ ਖੂਹਾਂ ਨਾਲ ਹੀ ਸਿੰਚਣ ਵਾਲੀ, ਕਿਉਂਕਿ ਨਹਿਰ ਤਾਂ ਜਲੰਧਰ ਜ਼ਿਲ੍ਹੇ ਵਿੱਚ ਉਦੋਂ ਕੋਈ ਹੈ ਹੀ ਨਹੀਂ ਸੀ। ਉਹਨਾਂ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ। ਹਾਈ ਕੋਰਟ ਨੇ ਕੱਟ ਲਾਉਣ ਵਾਲਾ ਫੈਸਲਾ ਬਹਾਲ ਰੱਖਿਆ, ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਅਪੀਲ ਮਨਜ਼ੂਰ ਕਰ ਲਈ। ਉਹਨਾਂ ਲੋਕਾਂ ਦੇ ਵਕੀਲ ਸਰਦਾਰ ਰਣਜੀਤ ਸਿੰਘ ਨਰੂਲਾ ਸਨ, ਜਿਹੜੇ ਬਾਅਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਬਣੇ। ਸੁਪਰੀਮ ਕੋਰਟ ਨੇ ਉਸ ਕੇਸ ਵਿੱਚ ਬੜਾ ਅਜੀਬ ਤੇ ਇਤਿਹਾਸਕ ਫੈਸਲਾ ਕੀਤਾ। ਜੱਜਾਂ ਨੇ ਸਰਕਾਰ ਨੂੰ ਪੁੱਛਿਆ ਕਿ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਇਹਨਾਂ ਪਿੰਡਾਂ ਵਿੱਚ ਜ਼ਮੀਨ ਅਲਾਟ ਕੀਤੀ ਸੀ ਤਾਂ ਇਹਨਾਂ ਨੂੰ ਦੱਸਿਆ ਸੀ ਕਿ ਇਹ ਸਭ ਅਰਬਨ ਲੈਂਡ ਹੈ ਤੇ ਬਾਅਦ ਵਿੱਚ ਤੁਹਾਨੂੰ ਕੱਟ ਵੀ ਲਾਈ ਜਾ ਸਕਦੀ ਹੈ। ਸਰਕਾਰ ਨੇ ਕਿਹਾ ਨਹੀਂ। ਸੁਪਰੀਮ ਕੋਰਟ ਨੇ ਕਿਹਾ ਜੇ ਤੁਸੀਂ ਇਹਨਾਂ ਨੂੰ ਇਹ ਗੱਲ ਪਹਿਲਾਂ ਦੱਸ ਦਿੰਦੇ ਫਿਰ ਉਹਨਾਂ ਦੀ ਮਰਜ਼ੀ ਹੁੰਦੀ, ਭਾਵੇਂ ਇਹ ਜ਼ਮੀਨ ਲੈਂਦੇ, ਨਹੀਂ ਤਾਂ ਸ਼ਹਿਰ ਤੋਂ ਦੂਰ ਕਿਤੇ ਲੈ ਲੈਂਦੇ। ਤੁਸੀਂ ਪਿੰਡੂ ਜ਼ਮੀਨ ਨੂੰ ਆਪਣੀ ਮਰਜ਼ੀ ਨਾਲ ਹੀ ਸਬ ਅਰਬਨ ਲੈਂਡ ਕਿਹੜੇ ਕਾਨੂੰਨ ਨਾਲ ਬਣਾ ਧਰਿਆ ਹੈ। ਇਹ ਮਹਿਕਮਾ ਮੁੜ ਵਸਾਊ ਹੈ ਕਿ ਮੁੜ ਉਜਾੜ ਕੇ ਵਸਾਊ ਹੈ। ਸੁਪਰੀਮ ਕੋਰਟ ਨੇ ਕਿਹਾ ਛਤਰੀ ਤੇ ਬੈਠੇ ਕਬੂਤਰਾਂ ਨੂੰ ਅਸਮਾਨ ਵਿੱਚ ਉਡਾ ਕੇ ਮੁੱਢੋਂ ਸੁਦੋਂ ਛਤਰੀ ਖਾਲੀ ਕਰਵਾ ਕੇ ਪਹਿਲਾਂ ਤੋਂ ਅਸਮਾਨ ਵਿੱਚ ਉੱਡ ਰਹੇ ਕਬੂਤਰਾਂ ਨੂੰ ਉਸ ਛਤਰੀ ਤੇ ਬਿਠਾਉਣਾ ਕਿੱਧਰ ਦਾ ਮੁੜ ਵਸਾਊ ਕੰਮ ਹੈ। ਜਦੋਂ ਸਰਕਾਰ ਹਾਰ ਗਈ ਤਾਂ ਨਾਲ ਹੀ ਸਾਡਾ ਵੀ ਕੀਰਤਨ ਸੋਲਾ ਪੜਿਆ ਗਿਆ। ਕਹਿੰਦੇ ਹਨ ਜਦੋਂ ਸੰਡਾ ਮਰ ਜਾਏ ਤਾਂ ਚਮਜੂਆਂ ਵੀ ਨਾਲ ਹੀ ਮਰ ਜਾਂਦੀਆਂ ਹਨ। ਇਸ ਤਰ੍ਹਾਂ ਸਰਕਾਰ ਦੀ ਇਸ ਕਾਨੂੰਨੀ ਤੇ ਤਕਨੀਕੀ ਗਲਤੀ ਦਾ ਖਮਿਆਜ਼ਾ ਸਾਨੂੰ ਵੀ ਭੁਗਤਣਾ ਪਿਆ ਤੇ ਅਸੀਂ ਦੁਬਾਰਾ ਉਜੜ ਗਏ। ਸਾਡਾ ਮੁਕੱਦਮੇ ਤੇ ਪੈਸਾ ਵੀ ਬੜਾ ਲੱਗਾ, ਹੋਰ ਕਿਤੇ ਜ਼ਮੀਨ ਵੀ ਹੁਣ ਨਹੀਂ ਸੀ ਬਚੀ ਜਿਹੜੀ ਸਾਨੂੰ ਮਿਲਦੀ। ਸਾਡਾ ਹਾਲ ਹੁਣ ਇਹ ਸੀ
ਕਿ ਇੱਕ ਬੰਦੇ ਦੀ ਕਾਰ ਵਿੱਚ ਓਨਾ ਹੀ ਪੈਟਰੋਲ ਸੀ ਜਿੰਨੇ ਨਾਲ ਉਹ ਪੈਟਰੋਲ ਪੰਪ ਤੱਕ ਪਹੁੰਚ ਸਕੇ ਤੇ ਉਸ ਕੋਲ ਰੁਪਏ ਵੀ ਸਿਰਫ 20 ਹੀ ਸਨ। ਉਹ ਪੈਟਰੋਲ ਪੰਪ ਤੇ ਗਿਆ ਤੇ ਤੇਲ ਪਵਾ ਕੇ ਘਰ ਆ ਗਿਆ। ਹੁਣ ਨਾ ਉਸ ਕੋਲ ਪੈਟਰੋਲ ਸੀ ਨਾ ਪੈਸੇ, ਜਦੋਂ ਕਿ ਪਹਿਲਾਂ ਸਗੋਂ ਉਸ ਕੋਲ ਪੈਟਰੋਲ ਵੀ ਸੀ ਤੇ 20 ਰੁਪਏ ਵੀ ਸਨ। ਪਹਿਲਾਂ ਤਾਂ ਸਾਡੇ ਕੋਲ ਮਾੜੀ ਹੀ ਸਹੀ 100 ਏਕੜ ਜ਼ਮੀਨ ਸੀ ਤੇ ਗੁਜ਼ਾਰੇ ਜੋਗੇ ਕੁਝ ਪੈਸੇ ਵੀ ਸਨ, ਪਰ ਹੁਣ ਨਾ ਪੈਸੇ ਸਨ ਨਾ ਜ਼ਮੀਨ, ਕਿਉਂਕਿ 10-12 ਸਾਲ ਦੇ ਸਮੇਂ ਵਿੱਚ ਸਾਰੀਆਂ ਜ਼ਮੀਨਾਂ ਅਲਾਟ ਹੋ ਚੁੱਕੀਆਂ ਸਨ। ਪਰ ਫਿਰ ਵੀ ਮੇਰੇ ਪਿਤਾ ਜੀ ਨੇ ਦਿਲ ਨਾ ਛੱਡਿਆ ਤੇ ਥੋੜੀ ਜ਼ਮੀਨ ਪਿੰਡ ਵਰਿਆਣਾ, ਉਹ ਜ਼ਮੀਨ ਜਿਹੜੀ ਅਸਾਂ ਛੱਡੀ ਸੀ ਸ਼ਾਹ ਬੱਗੇ ਟਿੱਬੇ ਦੇ ਲਾਗੇ, ਥੋੜੀ ਜੀ ਜ਼ਮੀਨ ਸੁੱਚੀ ਪਿੰਡ ਤੇ ਬਾਕੀ ਦੀ ਪਿੰਡ ਲਿੱਦੜ ਵਿੱਚ ਜਿਵੇਂ ਕਿਵੇਂ ਵੀ ਸੀ ਮੁੜ ਅਲਾਟ ਕਰਵਾਈ। ਮੇਰੇ ਪਿਤਾ ਜੀ ਮੈਨੂੰ ਲਾ ਕਰਵਾ ਕੇ ਵਕੀਲ ਬਣਾਉਣਾ ਚਾਹੁੰਦੇ ਸਨ। ਸਾਡੀ ਜ਼ਮੀਨ ਤਾਂ ਭਾਵੇਂ ਅਜੇ ਵੀ ਲੋਕਾਂ ਦੇ ਹਿਸਾਬ ਨਾਲ ਕਾਫੀ ਸੀ, ਪਰ ਜ਼ਮੀਨ ਤੋਂ ਖਾਸ ਆਮਦਨ ਨਹੀਂ ਸੀ। ਫਿਰ ਵੱਡੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਖੋਹਣ ਦਾ ਇੱਕ ਨਵਾਂ ਕਾਨੂੰਨ, ਜਿਸ ਦਾ ਨਾਂ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953 ਸੀ ਬਣਿਆ, ਜਿਸ ਵਿੱਚ ਪਾਕਿਸਤਾਨ ਆਇਆਂ ਲਈ ਵੱਧ ਤੋਂ ਵੱਧ ਜ਼ਮੀਨ ਦੀ ਹੱਦ 50 ਏਕੜ ਤੇ ਲੋਕਲਾਂ ਵਾਸਤੇ ਜਿਹੜੇ ਉੱਜੜ ਕੇ ਨਹੀਂ ਸਨ ਆਏ 30 ਏਕੜ ਰੱਖੀ ਗਈ ਸੀ। ਬਾਕੀ ਜ਼ਮੀਨ ਖੋਹ ਕੇ ਮੁਜ਼ਾਹਰਿਆਂ ਨੂੰ ਦਿੱਤੀ ਜਾਣੀ ਸੀ। ਜਦੋਂ ਇਹ ਕਾਨੂੰਨ ਬਣਿਆ ਤਾਂ ਸਾਡੀ 28 ਏਕੜ ਜ਼ਮੀਨ ਵਾਧੂ ਪੂਲ ਵਿੱਚ ਚਲੇ ਗਈ ਤੇ ਸਰਕਾਰ ਨੇ ਉਹ ਮੁਜ਼ਾਹਰਿਆਂ ਨੂੰ ਅਲਾਟ ਕਰ ਦਿੱਤੀ। ਉਸ ਜ਼ਮੀਨ ਦੇ ਮੁਆਵਜ਼ੇ ਦੇ ਤੌਰ ਤੇ ਸਾਨੂੰ 560 ਰੁਪਏ ਫੀ ਏਕੜ ਦੇ ਹਿਸਾਬ ਨਾਲ 10 ਸਾਲਾਂ ਵਿੱਚ ਪੈਸੇ ਮਿਲਣੇ ਸਨ, ਜੋ ਬਹੁਤ ਬਾਅਦ ਵਿੱਚ ਜਾ ਕੇ ਮਿਲੇ। ਇੱਥੇ ਵੀ ਸਾਨੂੰ ਬੜੀ ਤਕੜੀ ਮੁਕੱਦਮੇਬਾਜ਼ੀ ਕਰਨੀ ਪਈ। ਆਰਥਿਕ ਤੌਰ ਤੇ ਸਾਡਾ ਲੱਕ ਟੁੱਟ ਚੁੱਕਾ ਸੀ ਅਤੇ ਅਸੀਂ ਆਰਥਿਕ ਪੱਖੋਂ ਬੜੇ ਕਮਜ਼ੋਰ ਸਾਂ, ਪਰ ਲੋਕ ਸਾਨੂੰ ਅਜੇ ਵੀ ਲੈਂਡਲਾਰਡ ਹੀ ਸਮਝਦੇ ਸਨ। ਸਾਡੀ ਗੱਲ ਮਰ ਬੁੱਢੜੀ ਗੀਤੜੇ ਗਾਵੇ ਤੇ ਲੋਕਾਂ ਭਾਣੇ ਵਿਆਹ ਵਾਲੀ ਹੀ ਸੀ। 1965 ਵਿੱਚ ਭਾਰਤ ਪਾਕਿਸਤਾਨ ਜੰਗ ਹੋਈ ਤਾਂ ਮੈਂ ਉਦੋਂ DAV ਕਾਲਜ ਜਲੰਧਰ ਵਿੱਚ ਪੜ੍ਹਦਾ ਸੀ। ਉਦੋਂ ਮੈਂ NCC ਦਾ C ਸਰਟੀਫਿਕੇਟ ਹਾਸਲ ਕਰ ਚੁੱਕਾ ਸੀ ਤੇ ਭਾਰਤ ਪੱਧਰ ਦਾ NCC ਦਾ ਇੱਕ ਕੈਂਪ, ਜਿਸ ਦਾ ਨਾਮ ਆਲ ਇੰਡੀਆ ਐਡਵਾਂਸਡ ਲੀਡਰਸ਼ਿਪ ਕੋਰਸ ਕੈਂਪ ਸੀ, ਇਹ ਕੈਂਪ ਮਦਰਾਸ ਲੱਗਾ ਸੀ, ਵਿੱਚ ਵੀ ਭਾਗ ਲੈ ਚੁੱਕਾ ਸਾਂ। ਇਸ ਤੋਂ ਪਹਿਲਾਂ 1964 ਵਿੱਚ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਦੀ ਪਰੇਡ, ਜਿਸ ਦਾ ਅਭਿਆਸ ਪੂਰਾ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦਾ ਹੈ, ਵਿੱਚ ਵੀ ਮੈਂ ਭਾਗ ਲਿਆ ਸੀ। ਇਹਨਾਂ ਸਾਰੀਆਂ ਗੱਲਾਂ ਕਰਕੇ ਮੈਨੂੰ 1965 ਵਿੱਚ ਫੌਜ ਵਿੱਚ ਕਮਿਸ਼ਨ ਮਿਲ ਗਿਆ, ਪਰ ਇਹ ਖਬਰ ਸੁਣ ਕੇ ਖੁਸ਼ ਹੋਣ ਦੀ ਥਾਂ ਮੇਰੇ ਪਿਤਾ ਜੀ ਦੀਆਂ ਭੁੱਬਾਂ ਨਿਕਲ ਗਈਆਂ ਤੇ ਉਹਨਾਂ ਦੇ ਮੂੰਹੋਂ ਨਿਕਲਿਆ, ਬਸ ਹੁਣ ਰਹਿੰਦੀ ਖੁੰਦੀ ਜ਼ਮੀਨ ਵੀ ਗਈ ਸਮਝੋ। ਤੂੰ ਭਾਵੇਂ ਅਫਸਰ ਬਣ ਕੇ ਮੋਢੇ ਤੇ ਪਿਲਤਲ ਲਾਈ ਫਿਰੇਂਗਾ, ਪਰ ਇੱਧਰ ਬਾਕੀ ਬਚੀ ਜ਼ਮੀਨ ਵੀ ਮੁਜ਼ਾਹਰੇ ਸਾਂਭ ਜਾਣਗੇ। ਮੈਨੂੰ ਉਹਨਾਂ ਦੀ ਇਸ ਸੱਚੀ ਭਵਿੱਖਬਾਣੀ ਅੱਗੇ ਝੁਕਣਾ ਪਿਆ ਤੇ ਕਾਲਜ ਛੱਡਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਖੇਤੀਬਾੜੀ ਵਿੱਚ ਜੁਟ ਗਿਆ। ਪੰਜਾਬੀ ਦੀ ਇੱਕ ਕਹਾਵਤ ਹੈ, ਲਾਹੌਰ ਢਹਿੰਦਾ ਢਹਿੰਦਾ ਵੀ ਢਹੂ ਤੇ ਕਿਸੇ ਪਿੰਡ ਜਿੱਡਾ ਤੇ ਰਹੂ। ਦੂਸਰੇ ਪਾਸੇ ਅਜੇ ਵੀ ਸਮਾਜ ਸਾਨੂੰ ਅਮੀਰਾਂ ਵਿੱਚੋਂ ਗਿਣਦਾ ਸੀ, ਭਾਵੇਂ ਸਾਡਾ ਗੁਜ਼ਾਰਾ ਵੀ ਔਖਾ ਜਿਹਾ ਹੀ ਸੀ। ਮੇਰੇ ਪੜਦਾਦਾ ਜੀ ਸਰਦਾਰ ਵਜੀਰ ਸਿੰਘ, ਜਿਹੜੇ ਪਿੰਡ ਮਾਨਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਪਣੀ 18 ਏਕੜ ਜ਼ਮੀਨ ਦੇ ਹੁੰਦਿਆਂ ਵੀ ਜਦੋਂ 12 ਆਬਾਦ ਹੋਈਆਂ ਤਾਂ ਪਾਕਿਸਤਾਨ ਗਏ ਸਨ, ਤੇ ਮੇਰੇ ਬਾਬਾ ਜੀ ਸਰਦਾਰ ਅਰੂਰ ਸਿੰਘ, ਜਿਨ੍ਹਾਂ ਨੇ ਮੇਰੇ ਪੜਦਾਦੇ ਨੂੰ 2 ਮਰਬੇ ਮਿਲੀ ਜ਼ਮੀਨ ਤੋਂ ਵਧਾ ਕੇ ਅੱਗੋਂ 3 ਮਰਬੇ ਹੋਰ ਮੁੱਲ ਲੈ ਕੇ 5 ਮਰਬੇ ਇੱਕੋ ਥਾਂ ਕਰ ਲਈ ਸੀ, ਉਹਨਾਂ ਦੇ ਨਾਂ ਦਾ ਉਕਰਿਆ ਹੋਇਆ ਪੱਥਰ ਅਜੇ ਵੀ ਇੱਕ ਖੂਹ ਵਿੱਚ ਲੱਗਾ ਹੋਇਆ ਹੈ, ਜਿਸ ਨੂੰ ਉਹਨਾਂ ਨੇ ਅਰਾਈਆਂ ਦੇ ਪਾਣੀ ਪੀਣ ਲਈ ਲਗਵਾਇਆ ਸੀ। ਅੱਗੋਂ ਮੇਰੇ ਪਿਤਾ ਜੀ ਨੇ 2 ਮਰਬੇ ਜ਼ਮੀਨ ਹੋਰ ਲਈ। ਸਾਡੀਆਂ 3 ਪੀੜ੍ਹੀਆਂ ਨੇ ਜ਼ਮੀਨ ਵਿੱਚ ਵਾਧਾ ਕੀਤਾ ਸੀ। ਚੌਥੀ ਪੀੜ੍ਹੀ ਮੇਰੀ ਆਈ ਤਾਂ ਜ਼ਮੀਨ ਦਿਨੋਂ ਦਿਨ ਘਟਣ ਲੱਗੀ। ਹਾਲਾਂਕਿ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਸੀ। ਮੇਰੇ ਪਿਤਾ ਜੀ ਨੇ ਵੀ ਬਹੁਤ ਹੀ ਚੰਗੇ ਦਿਨ ਵੇਖੇ ਸਨ। ਅਸੀਂ 8-10 ਪੀੜ੍ਹੀਆਂ ਤੋਂ ਇਕੱਲੇ ਹੀ ਤੁਰੇ ਆਉਂਦੇ ਹਾਂ ਤੇ ਮੇਰੇ ਤੱਕ ਪਿਛਲੀਆਂ 10 ਪੀੜ੍ਹੀਆਂ ਤੋਂ ਸਿੱਖ ਹਾਂ। ਜੇ 10 ਪੀੜ੍ਹੀਆਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਸਮਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਨੇੜੇ ਤੇੜੇ ਹੀ ਚਲਾ ਜਾਂਦਾ ਹੈ। ਹੋ ਸਕਦਾ ਹੈ ਕਿ ਸਾਡੇ ਕਿਸੇ ਵੱਡੇ ਵਡੇਰੇ ਨੇ ਗੁਰੂ ਜੀ ਦੇ ਦਰਸ਼ਨ ਵੀ ਕੀਤੇ ਹੋਣ ਤੇ ਉਹਨਾਂ ਨਾਲ ਜੰਗਾਂ ਯੁੱਧਾਂ ਵਿੱਚ ਭਾਗ ਵੀ ਲਿਆ ਹੋਵੇ।
ਮੈਂ ਆਪਣੇ ਪਿਤਾ ਜੀ ਨੂੰ ਤਿਲ ਮਰਦੇ ਵੇਖਿਆ ਹੈ। ਮੇਰੀ ਮਿਹਨਤ ਤੋਂ ਉਹ ਬਹੁਤ ਖੁਸ਼ ਤੇ ਪ੍ਰਭਾਵਿਤ ਸਨ। ਮੈਂ ਦਿਨ ਵਿੱਚ 16 ਘੰਟੇ ਟਰੈਕਟਰ ਚਲਾਉਂਦਾ ਸਾਂ। ਭੱਜ ਨੱਠ ਕਰਕੇ ਟਿਊਬਲ ਲਗਵਾਏ, ਪਰ ਫਿਰ ਵੀ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਜਾਂਦੀ ਸੀ। ਇੰਨੀ ਮਿਹਨਤ ਦੇ ਬਾਵਜੂਦ ਖੁੱਲਾ ਪੈਸਾ ਕਦੇ ਨਹੀਂ ਸੀ ਆਉਂਦਾ। ਫਿਰ ਇੱਕ ਹੋਰ ਭੌਂਦੀ ਇੱਟ ਸਿਰ ਵਿੱਚ ਆਣ ਵੱਜੀ। ਖੇਤੀ ਦੀ ਇੱਕ ਪਰਿਵਾਰ ਦੀ ਜ਼ਮੀਨ ਦੀ ਹੱਦ ਵੱਧ ਤੋਂ ਵੱਧ 7 ਹੈਕਟਰ ਅਰਥਾਤ 17.5 ਏਕੜ ਮਿਥੀ ਗਈ। ਇਸ ਐਕਟ ਦਾ ਨਾਮ ਲੈਂਡ ਰੀਫਾਰਮ ਐਕਟ 1972 ਸੀ ਤੇ ਜ਼ਮੀਨ ਖੋਹ ਕੇ ਮੁਜ਼ਾਹਰਿਆਂ ਨੂੰ ਦੇਣ ਦਾ ਇਹ ਦੂਜਾ ਕਾਨੂੰਨ ਸੀ। ਇਸ ਦੇ ਲਾਗੂ ਹੋਣ ਦੀ ਤਾਰੀਖ 1 ਸਾਲ ਪਹਿਲਾਂ ਦੀ ਅਰਥਾਤ 31 ਮਾਰਚ 1971 ਰੱਖੀ ਗਈ ਸੀ। ਇਸ ਤਰ੍ਹਾਂ ਜਿਸ ਬੰਦੇ ਦੀ ਜ਼ਮੀਨ 31 ਮਾਰਚ 1971 ਨੂੰ 17.5 ਏਕੜ ਤੋਂ ਵੱਧ ਸੀ, ਉਹ ਸਿੱਧਾ ਹੀ ਇਸ ਦੀ ਚਪੇਟ ਵਿੱਚ ਆ ਜਾਂਦਾ ਸੀ ਤੇ ਉਸ ਦੀ ਵਾਧੂ ਜ਼ਮੀਨ ਖੋਹ ਕੇ ਮੁਜ਼ਾਹਰਿਆਂ ਨੂੰ ਦਿੱਤੀ ਜਾਣੀ ਸੀ। ਸਾਡੀ ਜ਼ਮੀਨ ਤਾਂ ਪਹਿਲਾਂ ਹੀ ਸਿਕਿਉਰਿਟੀ ਆਫ ਲੈਂਡ ਟਿਊਨਰ ਐਕਟ 1953 ਥੱਲੇ ਵੀ ਸਰਪਲਸ ਹੋਈ ਸੀ। ਇਸ ਲਈ ਸਾਡੀ ਫਾਈਲ ਤਾਂ ਝੱਟ ਕਲੈਕਟਰ ਅਗਰੇਰੀਅਨ ਦੀ ਮੇਜ਼ ਤੇ ਆ ਗਈ। ਮੈਂ ਰਿਸ਼ਵਤ ਵਗੈਰਾ ਦੇ ਕੇ ਉਹ ਅਮਲ ਰੁਕਵਾਇਆ। ਮੇਰਾ ਬੇਟਾ ਅਜੇ 3 ਮਹੀਨੇ ਦਾ ਸੀ। ਉਸ ਦੇ ਨਾਂ ਜ਼ਮੀਨ ਲੱਗ ਚੁੱਕੀ ਸੀ, ਪਰ ਨਾਬਾਲਗ ਲੜਕਾ ਤੇ ਮੇਰੀ ਪਤਨੀ ਤਾਂ ਇੱਕ ਪਰਿਵਾਰ ਹੀ ਗਿਣਿਆ ਜਾਣਾ ਸੀ। ਮੈਂ ਜੀ ਭਿਆਣੇ ਨੇ ਆਪਣੀ ਵਾਧੂ ਜ਼ਮੀਨ ਵੇਚਣੀ ਲਾ ਦਿੱਤੀ ਤੇ ਅਖੰਡ ਪਾਠ ਵੀ ਸੁਖਿਆ ਕਿ ਜੇ ਸਾਡੀ ਜ਼ਮੀਨ ਛੇਤੀ ਵੇਚ ਜਾਵੇ ਤਾਂ ਅਖੰਡ ਪਾਠ ਕਰਾਵਾਂਗੇ। ਪਿੰਡ ਵਰਿਆਣਾ ਤੇ ਸੁੱਚੀ ਪਿੰਡ ਦੀ 37 ਕਿੱਲੇ ਜ਼ਮੀਨ ਵੇਚਣੀ ਲਾਈ। ਗਾਹਕ ਲੱਗੇ ਜਿਸ ਦਾ ਪਹਿਲਾਂ ਹੀ ਘੱਟ ਮੁੱਲ 20,000 ਰੁਪਏ ਏਕੜ ਮੰਗਿਆ ਸੀ, ਉਸ ਦੀ 17,000 ਰੁਪਏ ਫੀ ਏਕੜ ਦੀ ਆਵਾਜ਼ ਦਲਾਲ ਨੇ ਦਿੱਤੀ। ਮੈਂ ਝੱਟ ਸਾਈ ਫੜ ਲਈ। ਇਸੇ ਤਰ੍ਹਾਂ ਦੂਜੀ ਦਾ ਬਾਜ਼ਾਰ ਮੁੱਲ 25,000 ਸੀ, ਉਹ 18,000 ਰੁਪਏ ਕਿੱਲੇ ਨੂੰ ਵੇਚ ਦਿੱਤੀ, ਕਿਉਂਕਿ ਗਾਹਕ ਇਸ ਤੋਂ ਵੱਧ ਨਹੀਂ ਸੀ। ਕਾਨੂੰਨ ਬਣੇ ਦਾ ਰੌਲਾ ਪੈ ਚੁੱਕਾ ਸੀ ਤੇ ਨਾਲੇ ਇਹੋ ਜੀ ਆਵਾਜ਼ ਤਾਂ ਚੂਹੇ ਦੀ ਖੋਡ ਵਿੱਚ ਵੀ ਲੋਕ ਸੁਣ ਲੈਂਦੇ ਨੇ। ਮਰਦਾ ਕੀ ਨਾ ਕਰਦਾ ਵਾਂਗ ਜੇ ਸਾਰਾ ਧਨ ਜਾਂਦਾ ਵੇਖੀਏ ਤਾਂ ਅੱਧਾ ਦਈਏ ਵੰਡ ਵਾਲੀ ਗੱਲ ਸੀ। ਅਖੰਡ ਪਾਠ ਰਖਵਾਇਆ। ਗੁਰਦੁਆਰੇ ਦਾ ਭਾਈ ਪੁੱਛੇ ਅਰਦਾਸ ਕੀ ਕਰਾਂ। ਹੁਣ ਉਹਨੂੰ ਕੀ ਆਖੀਏ ਪਈ ਜ਼ਮੀਨ ਵਿਕੀ ਦੀ ਖੁਸ਼ੀ ਵਿੱਚ ਅਖੰਡ ਪਾਠ ਕਰਵਾਇਆ। ਲੋਕ ਖਰੀਦਣ ਦੀ ਖੁਸ਼ੀ ਵਿੱਚ ਤਾਂ ਖੁਸ਼ੀਆਂ ਕਰਦੇ ਹਨ, ਪਰ ਅੱਜ ਤੱਕ ਵੇਚਣ ਦੀ ਖੁਸ਼ੀ ਤਾਂ ਕਦੇ ਕਿਸੇ ਨੇ ਨਹੀਂ ਕੀਤੀ। ਇਹ ਕਿਸਾਨੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ। ਭਾਈ ਜੀ ਨੇ ਅਰਦਾਸ ਵੀ ਗੋਲਮੋਲ ਜਿਹੀ ਕਰ ਦਿੱਤੀ। ਅਖੇ ਮਨੋਕਾਮਨਾ ਪੂਰੀ ਹੋਈ ਹੈ। ਮੇਰੀਆਂ ਦੋਹਾਂ ਮਾਤਾਵਾਂ ਦੀਆਂ ਅੱਖਾਂ ਵਿੱਚ ਅਥਰੂ ਸਨ, ਜਿਨ੍ਹਾਂ ਦਾ ਸਪਸ਼ਟੀਕਰਨ ਮੇਰੀ ਪਤਨੀ ਨੇ ਬੜੀ ਖੱਚਰ ਜੀ ਵਿਦਿਆ ਨਾਲ ਇਹ ਕਹਿ ਕੇ ਦਿੱਤਾ ਕਿ ਇਹ ਖੁਸ਼ੀ ਦੇ ਅਥਰੂ ਹਨ। ਸ਼ਹਿਰੀ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਤੀਜਾ ਕਾਨੂੰਨ 1976 ਵਿੱਚ ਲਾਗੂ ਕੀਤਾ ਗਿਆ। ਇਹ ਉਹ ਕਾਨੂੰਨ ਸੀ ਜਿਸ ਤੋਂ ਬਚਣ ਲਈ ਸਿੱਖ ਭੱਜ ਕੇ ਹਿੰਦੂ ਬਣਦਾ ਸੀ, ਪਰ ਉਹਨੂੰ ਹਿੰਦੂ ਨਹੀਂ ਸੀ ਸਮਝਿਆ ਜਾਂਦਾ। ਸਿੱਖ ਦਾ ਹਿੰਦੂ ਅਜਗਰ ਦੁਆਰਾ ਨਿਗਲੇ ਜਾਣ ਦਾ ਦੁਖਾਂਤ ਵੀ ਬਹੁਤਾ ਕਰਕੇ ਇੱਥੋਂ ਹੀ ਸ਼ੁਰੂ ਹੁੰਦਾ ਹੈ। ਜੇ ਸਾਰੀ ਕਹਾਣੀ ਤੋਂ ਜਾਣੂ ਨਾ ਹੋਈਏ ਤਾਂ ਫਿਰ ਕੋਈ ਸਮਝ ਨਹੀਂ ਸਕਦਾ ਕਿ ਇਹ ਦੁਖਦਾਈ ਭਾਣਾ ਕਿਵੇਂ ਵਾਪਰਿਆ। ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਨਿੱਜੀ ਗੱਲਾਂ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ, ਪਰ ਇਹ ਮੇਰੀਆਂ ਨਿੱਜੀ ਗੱਲਾਂ ਨਹੀਂ ਹਨ। ਇਹ ਸਿੱਖਾਂ ਦੀ ਦੁੱਖ ਭਰੀ ਕਹਾਣੀ ਦਾ ਉਹ ਦਰਦਨਾਕ ਹਿੱਸਾ ਹੈ ਜਿਸ ਨਾਲ ਲਗਭਗ ਸਾਰੇ ਹੀ ਚੰਗੀ ਰੋਟੀ ਖਾਂਦੀ ਛੱਡ ਕੇ ਆਏ ਪੱਛਮੀ ਪੰਜਾਬ ਦੇ ਕਿਸਾਨਾਂ ਦਾ ਸਬੰਧ ਹੈ, ਜਿਨ੍ਹਾਂ ਨੂੰ ਇੱਧਰ ਆ ਕੇ ਉਤਲਾ ਪੱਤ ਨਹੀਂ ਆਇਆ ਤੇ ਉਹਨਾਂ ਦੀ ਔਲਾਦ ਅੱਜ ਆਜ਼ਾਦੀ ਤੋਂ 54 ਸਾਲ ਬਾਅਦ ਵੀ ਇੱਧਰ ਗੁਲਾਮਾਂ ਵਾਂਗ ਹੀ ਜੀ ਰਹੀ ਹੈ। ਜਿਹੜੇ ਦਰਖਤ ਤੇ ਥੋੜੇ ਸਮੇਂ ਬਾਅਦ ਬਿਜਲੀ ਡਿੱਗਦੀ ਰਹੇ, ਉਹ ਕਿਵੇਂ ਵੱਧ ਫੁੱਲ ਸਕਦਾ ਹੈ ਤੇ ਹਰਾ ਭਰਾ ਰਹਿ ਸਕਦਾ ਹੈ। ਹੁਣ ਤੱਕ ਪੰਜਾਬ ਦੇ ਕਿਸਾਨਾਂ ਤੇ 3 ਲੈਂਡ ਸੀਲਿੰਗਾਂ ਲੱਗੀਆਂ ਹਨ, ਜਦੋਂ ਕਿ ਨਾ ਤਾਂ ਕੋਈ ਸੀਲਿੰਗ ਇੰਡਸਟਰੀ ਤੇ ਲੱਗੀ ਹੈ ਤੇ ਨਾ ਹੀ ਕਿਸੇ ਵਪਾਰਕ ਅਦਾਰੇ ਜਾਂ ਦੁਕਾਨਾਂ ਵਰਗੇ ਹੋਰ ਕਾਰੋਬਾਰਾਂ ਤੇ। ਘੜੀ ਮੁੜੀ ਕਿਸਾਨ ਹੀ ਸਰਕਾਰ ਦਾ ਸ਼ਿਕਾਰ ਕਿਉਂ ਬਣਦਾ ਸੀ, ਇਸ ਦਾ ਵਿਚਾਰ ਅੱਗੇ ਚੱਲ ਕੇ ਕਰਾਂਗੇ। ਇਹ ਸਾਰੀ ਕਹਾਣੀ ਇੱਕ ਟੀਵੀ ਸੀਰੀਅਲ ਕਹਾਣੀ ਘਰ ਘਰ ਕੀ ਵਾਂਗ ਹੈ, ਮੇਰੀ ਇਕੱਲੇ ਦੀ ਨਹੀਂ। ਨੰਬਰ 1 ਲੈਂਡ ਟੈਨਿਓਰ ਐਕਟ 1953। ਜ਼ਮੀਨ ਦੀ ਰੱਖੀ ਜਾਣ ਦੀ ਹੱਦ ਪਾਕਿਸਤਾਨੋਂ ਆਇਆਂ ਲਈ 50 ਏਕੜ ਤੇ ਲੋਕਲਾਂ ਵਾਸਤੇ 30 ਏਕੜ। ਨੰਬਰ 2 ਲੈਂਡ ਰੀਫਾਰਮ ਐਕਟ 1972। ਜ਼ਮੀਨ ਦੀ ਰੱਖੀ ਜਾਣ ਦੀ ਹੱਦ 17.5 ਏਕੜ ਸਾਰਿਆਂ ਲਈ।
ਜਿਸ ਵਿੱਚ ਪਤਨੀ ਤੇ ਨਾਬਾਲਗ ਬੱਚੇ ਵੀ ਸ਼ਾਮਲ ਸਨ। ਨੰਬਰ 3 ਅਰਬਨ ਲੈਂਡ ਸੀਲਿੰਗ ਐਕਟ 1976। ਜ਼ਮੀਨ ਦੀ ਰੱਖੀ ਜਾਣ ਦੀ ਹੱਦ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸੀ। ਇਸ ਕਾਨੂੰਨ ਥੱਲੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਹੀ ਆਉਂਦੇ ਸਨ ਤੇ ਵੱਧ ਤੋਂ ਵੱਧ ਰੱਖੀ ਜਾਣ ਵਾਲੀ ਜ਼ਮੀਨ ਦੀ ਹੱਦ 5 ਕਨਾਲ ਤੇ 4 ਕਨਾਲ ਫੀ ਪਰਿਵਾਰ ਸੀ। ਸੰਨ 1976 ਵਿੱਚ ਪੰਜਾਬ ਦੇ 3 ਵੱਡੇ ਸ਼ਹਿਰਾਂ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਤੇ ਭਾਰਤ ਦੇ ਹੋਰ ਵੀ ਕਈ ਵੱਡੇ ਸ਼ਹਿਰਾਂ ਵਿੱਚ ਭਾਰਤ ਸਰਕਾਰ ਨੇ ਅਰਬਨ ਲੈਂਡ ਸੀਲਿੰਗ ਐਕਟ 1976 ਲਾਗੂ ਕਰ ਦਿੱਤਾ। ਅਰਬਨ ਲੈਂਡ ਸੀਲਿੰਗ ਐਕਟ ਕਹਿਣ ਨੂੰ ਉਹਨਾਂ ਲੋਕਾਂ ਲਈ ਬਣਾਇਆ ਗਿਆ ਸੀ ਜਿਨ੍ਹਾਂ ਕੋਲ ਕਾਲਾ ਧਨ ਸੀ ਤੇ ਉਹ ਜ਼ਮੀਨ ਦਾ ਟੁਕੜਾ ਸ਼ਹਿਰ ਵਿੱਚ ਖਰੀਦ ਕੇ ਰੱਖ ਛੱਡਦੇ ਸਨ। ਟੈਕਸ ਦੇਣ ਤੋਂ ਬਚ ਜਾਂਦੇ ਸਨ ਤਾਂ ਜ਼ਮੀਨ ਦੀ ਕੀਮਤ ਹਰ ਸਾਲ ਦੁੱਗਣੀ ਚੌਗਣੀ ਹੁੰਦੀ ਜਾਂਦੀ ਸੀ। ਇਸ ਕਾਨੂੰਨ ਨੂੰ ਪੰਜਾਬ ਦੇ 3 ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਲਾਗੂ ਕੀਤਾ ਗਿਆ। ਐਕਟ ਐਸੇ ਖਚਰੇ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਸ਼ਹਿਰ ਦੀ ਹੱਦ ਤੋਂ ਬਾਹਰ 8 ਕਿਲੋਮੀਟਰ ਦੀ ਖੇਤੀਬਾੜੀ ਵਾਲੀ ਸਾਰੀ ਜ਼ਮੀਨ ਤੇ ਵੀ ਇਹ ਲਾਗੂ ਹੁੰਦਾ ਸੀ। ਇਹ ਖੇਤੀਬਾੜੀ ਜ਼ਮੀਨ ਵੀ ਖਾਲੀ ਪਈ ਜ਼ਮੀਨ ਹੀ ਐਲਾਨ ਦਿੱਤੀ ਗਈ ਸੀ ਤੇ ਇਸ ਦੇ ਮੁਆਵਜ਼ੇ ਦਾ ਮੁੱਲ ਵੀ ਐਕਟ ਵਿੱਚ ਹੀ ਨਿਰਧਾਰਤ ਕਰ ਦਿੱਤਾ ਗਿਆ ਸੀ। ਇਹ ਮੁੱਲ ਸੀ 5 ਰੁਪਏ ਪ੍ਰਤੀ ਵਰਗ ਮੀਟਰ। ਇਸ ਹਿਸਾਬ ਨਾਲ 1 ਏਕੜ ਦਾ ਮੁੱਲ 17,500 ਰੁਪਏ ਫੀ ਏਕੜ ਬਣਦਾ ਸੀ। 5 ਰੁਪਏ ਮੀਟਰ ਉਦੋਂ ਕੋ ਕੱਪੜਾ ਨਹੀਂ ਸੀ ਮਿਲਦਾ। ਇੱਥੋਂ ਤੱਕ ਕਿ 1976 ਵਿੱਚ ਰਜ਼ਾਈਆਂ ਤੇ ਚੜਾਉਣ ਵਾਲੇ ਗੁਲਾਬ ਦੇ ਮਾਰਕੀਨ ਦੇ ਸਸਤੇ ਤੋਂ ਸਸਤੇ ਕੱਪੜੇ ਦਾ ਮੁੱਲ ਵੀ 11-12 ਰੁਪਏ ਮੀਟਰ ਹੁੰਦਾ ਸੀ। ਹੋਰ ਤਾਂ ਹੋਰ 5 ਰੁਪਏ ਮੀਟਰ ਤਾਂ ਮਾੜੇ ਤੋਂ ਮਾੜਾ ਕਾਗਜ਼ ਵੀ ਨਹੀਂ ਸੀ ਆਉਂਦਾ। ਉਪਰੋਕਤ 3 ਸ਼ਹਿਰਾਂ ਦੀ ਲੱਖਾਂ ਏਕੜ ਜ਼ਮੀਨ ਇਸ ਐਕਟ ਥੱਲੇ ਆ ਕੇ ਕਿਸਾਨਾਂ ਕੋਲੋਂ ਖੁੱਸ ਜਾਣੀ ਸੀ। ਇਹ ਮੁਕੱਦਮੇ ਸੁਪਰੀਮ ਕੋਰਟ ਤੱਕ ਗਏ। 10 ਸਾਲ ਤੱਕ ਲਈ ਬਣਾਇਆ ਇਹ ਕਾਨੂੰਨ ਮਸਾਂ ਕਿਤੇ 1986 ਵਿੱਚ ਜਾ ਕੇ ਖਤਮ ਹੋਇਆ, ਪਰ ਬਹੁਤ ਲੋਕਾਂ ਦੇ ਡਰ ਦੇ ਮਾਰੇ ਆਪਣੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ ਸੀ। ਇਹ 3 ਤਾਂ ਜ਼ਮੀਨਾਂ ਦੀਆਂ ਵੱਧ ਤੋਂ ਵੱਧ ਬੰਦਸ਼ਾਂ ਸਨ ਜਿਨ੍ਹਾਂ ਨੂੰ ਪੰਜਾਬ ਦੇ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਢਾਇਆ। ਹਿੰਦੂਆਂ ਦੀ ਗਿਣਤੀ ਇਹਨਾਂ ਵਿੱਚ ਮਸਾਂ ਅੱਧਾ ਫੀਸਦੀ ਵੀ ਨਹੀਂ ਸੀ। ਇਹ 3 ਕਾਨੂੰਨ ਸਿੱਖਾਂ ਦੇ ਹੱਥ ਰੰਬਾ ਤੇ ਮੋਢੇ ਤੇ ਘਾਹ ਖੋਤ ਕੇ ਬੰਨਣ ਵਾਲੀ ਚਾਦਰ ਰਖਾ ਕੇ ਇਹਨਾਂ ਨੂੰ ਘਾਹੀ ਬਣਾਉਣ ਲਈ ਬਣਾਏ ਗਏ ਸਨ। ਇਹ ਸਮੇਂ-ਸਮੇਂ ਸਿੱਖਾਂ ਲਈ ਹਿੰਦੂ ਸਰਕਾਰਾਂ ਦਾ ਤੋਹਫਾ ਸੀ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਇਹ ਚੇਤੇ ਵੀ ਨਹੀਂ ਸੀ ਕਿ ਹਿੰਦੂ ਏਡਾ ਵਿਰਾਟ ਰੂਪ ਧਾਰਨ ਕਰੇਗਾ। ਕੱਪੜੇ ਦੇ ਵਪਾਰੀਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਪਾਕ ਪੱਟਣ ਦੀ ਬਜਾਜੀ ਜਿਵੇਂ ਜਿਵੇਂ ਵੇਖੇ ਤਿਵੇਂ ਤਿਵੇਂ ਰਾਜੀ, ਜਿਵੇਂ ਜਿਵੇਂ ਧੋਵੇ ਤਿਵੇਂ ਤਿਵੇਂ ਰੋਵੇ। ਬਸ ਇਹੋ ਕੁਝ ਹੀ ਪੰਜਾਬ ਦੇ ਸਿੱਖਾਂ ਨਾਲ ਹੋਇਆ। ਹੁਣ ਜਿਵੇਂ ਕਿਵੇਂ ਪਾਕ ਪੱਟਣ ਦੀ ਬਜਾਜੀ ਦੇ ਰੰਗ ਖੁਰਨ ਵਾਂਗ ਹਿੰਦੂ ਦਾ ਕੰਮ ਕਰਨ ਦਾ ਢੰਗ ਵੇਖਦੇ ਹਨ, ਤਿਵੇਂ ਤਿਵੇਂ ਹੀ ਅੱਖਾਂ ਵਿੱਚ ਘਸੁੰਨ ਦੇ ਦੇ ਕੇ ਰੋਂਦੇ ਹਨ। 1970 ਵਿੱਚ ਇੱਕ ਹੋਰ ਮਾਰੂ ਕਾਨੂੰਨ ਖੇਤੀਬਾੜੀ ਜ਼ਮੀਨ ਤੇ ਵੈਲਥ ਟੈਕਸ ਲਾਉਣ ਦਾ ਵੀ ਬਣਿਆ ਸੀ। ਕਿਸੇ ਕਿਸਾਨ ਦੀ ਜਿੰਨੀ ਜ਼ਮੀਨ ਹੈ ਉਸ ਦੀ ਬਾਜ਼ਾਰੀ ਕੀਮਤ ਦੇ ਹਿਸਾਬ ਨਾਲ ਹੀ ਟੈਕਸ ਦੇਣਾ ਜ਼ਰੂਰੀ ਸੀ। ਇਸ ਦੇ ਨਾਲ ਹੀ ਜੇ ਕੋਈ ਜ਼ਮੀਨ ਮਾਲਕ ਮਰ ਜਾਵੇ ਤਾਂ ਉਹ ਜਿੰਨੇ ਮੁੱਲ ਦੀ ਜਾਇਦਾਦ ਛੱਡ ਕੇ ਮਰੇ, ਭਾਵੇਂ ਉਹ ਪੂਰੇ ਪੰਜਾਬ ਦੇ ਕਿਸੇ ਵੀ ਦੂਰ ਦੁਰਾਡੇ ਪਿੰਡ ਵਿੱਚ ਹੀ ਰਹਿੰਦਾ ਹੋਵੇ, ਸਿਰਫ ਉਸ ਦਾ ਸੌਣ ਵਾਲਾ ਮੰਜਾ ਤੇ ਭਾਂਡਿਆਂ ਜਿਸ ਵਿੱਚ ਉਹ ਰੋਟੀ ਖਾਂਦਾ ਸੀ ਨੂੰ ਛੱਡ ਕੇ ਬਾਕੀ ਸਾਰੀ ਛੱਡੀ ਹੋਈ ਜਾਇਦਾਦ ਦੀ ਕੀਮਤ ਤੇ ਟੈਕਸ ਲੱਗਦਾ ਸੀ ਤੇ ਇਸ ਨੂੰ ਅਸਟੇਟ ਡਿਊਟੀ ਟੈਕਸ ਕਹਿੰਦੇ ਸਨ। ਇੱਕ ਹੱਦ ਤੇ ਜਾ ਕੇ ਇਹ ਟੈਕਸ 75% ਵੀ ਹੋ ਜਾਂਦਾ ਸੀ। ਇਸੇ ਤਰ੍ਹਾਂ ਹੀ ਕੋਈ ਕਿਸੇ ਨੂੰ ਹਿਬਾ ਕਰ ਦੇਵੇ ਤਾਂ ਉਸ ਉੱਤੇ ਗਿਫਟ ਟੈਕਸ ਲੱਗਦਾ ਸੀ। ਖੇਤੀਬਾੜੀ ਭੂਮੀ ਤੇ ਪਹਿਲਾਂ ਇਨਕਮ ਟੈਕਸ ਨਹੀਂ ਸੀ ਲੱਗਦਾ, ਪਰ ਇਸ ਕਾਨੂੰਨ ਥੱਲੇ ਇਹ ਵੀ ਲੱਗਣਾ ਸੀ। ਜੇ ਕੋਈ ਕਿਸਾਨ ਜ਼ਮੀਨ ਵੇਚੇ ਜਾਂ ਉਸ ਨੂੰ ਪਹਿਲਾਂ ਹੀ ਨਿਰਧਾਰਤ ਕੀਤੀ ਹੋਈ ਸਰਕਾਰੀ ਕੀਮਤ ਤੋਂ ਵੱਧ ਕੀਮਤ ਮਿਲ ਜਾਵੇ ਤਾਂ ਉਸ ਵੱਧ ਮਿਲੇ ਪੈਸਿਆਂ ਨੂੰ ਵੀ ਆਮਦਨ ਹੀ ਗਿਣਿਆ ਜਾਂਦਾ ਸੀ ਤੇ ਉਸ ਤੇ ਉਸੇ ਦਰ ਨਾਲ ਹੀ ਟੈਕਸ ਲੱਗਦਾ ਸੀ ਜਿਹੜਾ ਕਿਸੇ ਵੀ ਆਮਦਨ ਨੂੰ ਲੱਗਦਾ ਹੈ। ਇਸ ਟੈਕਸ ਵਾਲੇ ਕਾਨੂੰਨ ਨੇ ਲੋਕਾਂ ਦਾ ਸਾਹ ਬੰਦ ਕਰ ਦਿੱਤਾ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕੁਝ ਮਦਦ ਇਹ ਕਹਿ ਕੇ ਕੀਤੀ ਕਿ ਪਟਵਾਰੀ ਮਹਿਕਮਾ ਇਨਕਮ ਟੈਕਸ ਵਾਲਿਆਂ ਨੂੰ ਮਾਲ ਦਾ ਰਿਕਾਰਡ ਨਾ ਵਿਖਾਉਣ, ਪਰ ਇਸ ਨਾਲ ਕੀ ਫਰਕ ਪੈਣਾ ਸੀ।
ਮਹਿਕਮਾ ਇਨਕਮ ਟੈਕਸ ਪਟਵਾਰੀਆਂ ਨੂੰ ਟਿੱਚ ਜਾਣਦਾ ਸੀ। ਉਹ ਹਰ ਇੱਕ ਕਿਸਾਨ ਨੂੰ ਇੱਕ ਵੱਡਿਓਂ ਹੀ ਨੋਟਿਸ ਭੇਜਣ ਲੱਗ ਪਏ। ਜਿਹੜਾ ਰਿਟਰਨ ਫਾਈਲ ਨਹੀਂ ਸੀ ਕਰਦਾ ਤੇ ਆਪਣੀ ਜਾਇਦਾਦ ਦੇ ਵੇਰਵੇ ਨਹੀਂ ਸੀ ਦਿੰਦਾ, ਉਸ ਨੂੰ ਉਹ ਅਟਕਲ ਪੱਚੂ ਹੀ ਟੈਕਸ ਲਾ ਦਿੰਦੇ। ਫਿਰ ਉਹ ਅਪੀਲਾਂ ਵਿੱਚ ਤੁਰਿਆ ਫਿਰੇ, ਉੱਪਰਲੀਆਂ ਅਦਾਲਤਾਂ ਨੂੰ ਦੱਸਦਾ ਫਿਰੇ ਕਿ ਮੇਰਾ ਟੈਕਸ ਇੰਨਾ ਨਹੀਂ ਸਗੋਂ ਘੱਟ ਬਣਦਾ ਹੈ। ਇਸ ਤਰ੍ਹਾਂ ਸਾਰਾ ਹਿਸਾਬ ਕਿਤਾਬ ਮਹਿਕਮੇ ਕੋਲ ਪਹੁੰਚ ਜਾਂਦਾ। ਕਿਸਾਨਾਂ ਦੇ ਬੜਾ ਨੱਕ ਵਿੱਚ ਦਮ ਆਇਆ। ਜ਼ਮੀਨ ਦੀ ਕੀਮਤ ਦਾ ਹਿਸਾਬ ਲਾਉਣ ਵਾਲੇ ਮਹਿਕਮੇ ਵੱਲੋਂ ਮੁਕਰਰ ਕੀਤੇ ਹੋਏ ਬੰਦਿਆਂ ਦੀ ਚਾਂਦੀ ਸੀ। ਆਮਦਨ ਕਰ ਵਕੀਲਾਂ ਦੇ ਦੋਹਾਂ ਹੱਥਾਂ ਵਿੱਚ ਲੱਡੂ ਤੇ ਸਿਰ ਕੜਾਈ ਵਿੱਚ ਸੀ। ਸ਼ਹਿਰ ਦੀ ਨੇੜੇ ਦੀ ਜ਼ਮੀਨ ਵਿੱਚੋਂ ਆਮਦਨ ਤਾਂ ਭਾਵੇਂ ਪਿੰਡਾਂ ਦੀ ਜ਼ਮੀਨ ਜਿੰਨੀ ਹੀ ਹੁੰਦੀ ਸੀ, ਪਰ ਕੀਮਤ ਪਿੰਡ ਦੀ ਜ਼ਮੀਨ ਨਾਲੋਂ ਕਈ ਗੁਣਾ ਜ਼ਿਆਦਾ ਸੀ। ਜਿੰਨਾ ਇਨਕਮ ਟੈਕਸ ਅਫਸਰ ਤੇ ਇੰਸਪੈਕਟਰ ਕਿਸਾਨਾਂ ਨੂੰ ਡਰਾਉਂਦੇ ਸਨ, ਉਸ ਤੋਂ ਵੀ ਜ਼ਿਆਦਾ ਉਹਨਾਂ ਦੇ ਆਪਣੇ ਵਕੀਲ ਉਹਨਾਂ ਨੂੰ ਡਰਾਉਂਦੇ ਸਨ, ਕਿਉਂਕਿ ਵਕੀਲ ਤੇ ਅਫਸਰ ਸਦਾ ਇਸ ਮਹਿਕਮੇ ਵਿੱਚ ਰਲ ਕੇ ਸਾਈਲ ਨੂੰ ਲੁੱਟਦੇ ਹਨ। ਵਕੀਲ ਫੀਸ ਵੱਖਰੀ ਲੈਂਦੇ ਤੇ ਸਾਹਿਬ ਨਾਲ ਮੁੱਕ ਮੁਕਾ ਕਰਾਉਣ ਲਈ ਰਿਸ਼ਵਤ ਦਾ ਗੱਫਾ ਵੱਖਰਾ ਲੈਂਦੇ ਹਨ। ਇਸ ਲਈ ਵੱਧ ਰਿਸ਼ਵਤ ਲੈਣ ਲਈ ਵੱਧ ਡਰਾਉਂਦੇ। ਮਾਡਲ ਟਾਊਨ ਜਲੰਧਰ ਦੇ ਸਰਦਾਰ ਗੁਰਨਾਮ ਸਿੰਘ, ਜੋ ਆਲੂਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਨ ਤੇ ਚੰਗੇ ਕਿਸਾਨ ਸਨ, ਇਸੇ ਤਰ੍ਹਾਂ ਹੀ ਦਿਲ ਫੇਰ ਹੋ ਕੇ ਰੱਬ ਨੂੰ ਪਿਆਰੇ ਹੋ ਗਏ ਸਨ। ਸਵੇਰੇ ਜਦੋਂ ਉਹ ਆਪਣੇ ਬਿਸਤਰੇ ਤੇ ਮਰੇ ਪਏ ਸਨ ਤਾਂ ਘਰਦਿਆਂ ਨੇ ਵੇਖਿਆ ਕਿ ਇੱਕ ਕਾਗਜ਼ ਤੇ ਜਰਬਾਂ ਤਕਸੀਮਾਂ ਦੇ ਦੇ ਕੇ ਟੈਕਸ ਦੀ ਰਕਮ ਦਾ ਹਿਸਾਬ ਬਣਾਇਆ ਹੋਇਆ ਸੀ। ਬਸ ਹਿਸਾਬ ਬਣਾਉਂਦੇ ਬਣਾਉਂਦੇ ਹੀ ਚੱਲ ਵਸੇ। ਇਸੇ ਤਰ੍ਹਾਂ ਹੀ ਇੱਕ ਹੋਰ ਕਿਸਾਨ, ਜਿਸ ਨੇ ਬੜੀ ਮਿਹਨਤ ਨਾਲ ਜ਼ਮੀਨ ਬਣਾਈ ਸੀ, ਇਨਕਮ ਟੈਕਸ ਅਫਸਰ ਮਿਸਟਰ ਪਟਨਾਗਰ ਦੇ ਢਹੇ ਚੜ੍ਹ ਗਿਆ। ਉਹ ਰੋਜ਼ ਸ਼ਾਮ ਨੂੰ ਉਸ ਕੋਲ ਆਉਂਦਾ, ਪੀਟਰ ਸਕਾਟ ਵਿਸਕੀ ਤੇ ਮੁਰਗੇ ਖਾਂਦਾ ਤੇ ਪੈਗ ਪੀਂਦਾ ਪੀਂਦਾ ਵਿਚਾਰੇ ਉਸ ਕਿਸਾਨ ਨੂੰ ਡਰਾਈ ਵੀ ਜਾਂਦਾ। ਉਹ ਉਸ ਨੂੰ ਦੱਸਦਾ ਕਿ ਕਾਨੂੰਨ ਅਨੁਸਾਰ ਤੇਰੀ ਜਾਇਦਾਦ ਨੂੰ 76% ਟੈਕਸ ਲੱਗਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਉਸ ਬੱਕਰੀ ਨੂੰ ਛੋਲੇ ਚਾਰੇ ਜਾ ਰਹੇ ਹੋਣ ਜਿਹੜੀ ਸ਼ੇਰ ਅੱਗੇ ਵਧੀ ਹੋਵੇ। ਵਿਚਾਰੇ ਕਿਸਾਨ ਨੂੰ ਸ਼ਰਾਬ ਪੀਤੀ ਦਾ ਵੀ ਕੋਈ ਅਸਰ ਨਾ ਹੁੰਦਾ ਤੇ ਸਗੋਂ ਉਹਦੇ ਦਿਮਾਗ ਦਾ ਮੀਟਰ ਪੁੱਠੇ ਪਾਸੇ ਅਰਥਾਤ ਢਹਿੰਦੀ ਕਲਾ ਵੱਲ ਚੱਲਣ ਲੱਗ ਪੈਂਦਾ। ਸ਼ਰਾਬ ਪੀਣ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਬੰਦੇ ਨੂੰ ਦਲੇਰ ਕਰਦੀ ਹੈ, ਤੇ ਜੇ ਇਹ ਮਰਦੇ ਦੇ ਮੂੰਹ ਵਿੱਚ ਵੀ ਪਾ ਦਿੱਤੀ ਜਾਵੇ ਤਾਂ ਇੱਕ ਵਾਰ ਤਾਂ ਉਹ ਵੀ ਉੱਠ ਕੇ ਬਹਿ ਜਾਂਦਾ ਹੈ ਤੇ ਦਬਕਾ ਮਾਰ ਕੇ ਪੁੱਛਦਾ ਹੈ, ਓਏ ਤੁਸੀਂ ਰੌਲਾ ਕਾਹਦਾ ਪਾਇਆ ਹੋਇਆ ਹੈ। ਉਸ ਤੋਂ ਬਾਅਦ ਭਾਵੇਂ ਉਹ ਦੁਬਾਰਾ ਮਰ ਜਾਵੇ। ਕਹਿੰਦੇ ਹਨ ਇੱਕ ਵਾਰ ਇੱਕ ਚੂਹੇ ਨੇ ਫਰਸ਼ ਤੇ ਪਿਆ ਸ਼ਰਾਬ ਦਾ ਇੱਕ ਤੁਬਕਾ ਚੱਟ ਲਿਆ ਤੇ ਉਸ ਨੇ ਨਾਲ ਦੇ ਚੂਹਿਆਂ ਨੂੰ ਕਿਹਾ, ਲਿਆਓ ਕਿਹੜੀ ਬਿੱਲੀ ਹੈ, ਮੈਂ ਉਹਨੂੰ ਕੰਨ ਤੋਂ ਫੜ ਕੇ ਉਹਦੇ ਗਲ ਵਿੱਚ ਟੱਲੀ ਬੰਨਾਂ। ਪਰ ਇੱਥੇ ਸ਼ਰਾਬ ਬੇਕਾਰ ਸੀ, ਕਿਉਂਕਿ ਉਹ ਕਿਸਾਨ ਸਮਝਦਾ ਸੀ ਕਿ ਜਿਸ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਕੜਾਹ ਪ੍ਰਸ਼ਾਦ ਕਰਵਾਈਏ, ਜਿਹੜਾ ਕਿ ਉਹ ਆਪ ਵੀ ਕਈ ਵਾਰ ਕਰਵਾ ਚੁੱਕਾ ਸੀ, ਤਾਂ ਦਰਬਾਰ ਸਾਹਿਬ ਅੰਦਰ ਬੈਠਾ ਭਾਈ ਕਿਰਪਾਨ ਨਾਲ 3 ਹਿੱਸੇ ਪ੍ਰਸ਼ਾਦ ਵੱਢ ਕੇ ਪਰਾਤ ਵਿੱਚ ਸੁੱਟ ਲੈਂਦਾ ਹੈ ਤੇ ਚੌਥਾ ਹਿੱਸਾ ਪ੍ਰਸ਼ਾਦ ਦਾ ਡੂਨਾ ਚੜਾਉਣ ਵਾਲੇ ਦੇ ਹੱਥ ਫੜਾ ਦਿੰਦਾ ਹੈ। ਇੱਥੇ ਵੀ ਇਸੇ ਤਰ੍ਹਾਂ ਹੀ ਹੋਣਾ ਹੈ। ਨਤੀਜਾ ਉਸ ਦੀ ਮੌਤ ਤੇ ਮੌਤ ਤੋਂ ਕੁਝ ਦਿਨ ਪਹਿਲਾਂ ਪਾਗਲਪਣ ਵਿੱਚ ਨਿਕਲਿਆ। ਉਹ ਜਦੋਂ ਵੀ ਕੋਈ ਗੱਲ ਕਰਦਾ 76% ਵਿੱਚ ਜ਼ਰੂਰ ਕਹਿੰਦਾ, ਬਸ 76% ਕਰਦਾ ਕਰਦਾ ਹੀ ਉਹ ਚੱਲ ਵਸਿਆ। ਕਿਸਾਨ ਤੇ ਇਸ ਤਰ੍ਹਾਂ ਦੀਆਂ ਔਲੀਆ ਤੇ ਮਾਨਸਿਕ ਦਬਾਅ ਕੋਈ ਇੱਕ ਵਾਰ ਨਹੀਂ ਆਇਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿਸਾਨ ਬਹੁਤ ਵਾਰੀ ਇਹਨਾਂ ਵਿੱਚੋਂ ਲੰਘਿਆ ਹੈ। ਜਦੋਂ ਪੰਜਾਬ ਵਿੱਚ ਮੁਰੱਬੇਬੰਦੀ ਹੋਈ ਤਾਂ ਜ਼ਮੀਨ ਨੂੰ ਇੱਕ ਥਾਂ ਤੇ ਇਕੱਠੀ ਕਰਨ ਦਾ ਫਾਰਮੂਲਾ ਇਹ ਸੀ ਕਿ ਕਿਸਾਨ ਦਾ ਜਿੱਥੇ ਵੱਡਾ ਟੁਕੜਾ ਹੋਵੇ, ਜਿਸ ਨੂੰ ਵੱਡਾ ਟੁਕੜਾ ਕਹਿੰਦੇ ਸਨ, ਬਾਕੀ ਦੇ ਛੋਟੇ-ਛੋਟੇ ਟੁਕੜੇ ਵੀ ਉਸ ਦੇ ਨਾਲ ਲਾ ਦਿੱਤੇ ਜਾਣ ਤੇ ਉਸ ਦਾ ਇੱਕ ਹੀ ਕੁਰਾ ਬਣਾ ਦਿੱਤਾ ਜਾਵੇ। ਦੂਰੋਂ ਲਿਆਉਣ ਵਾਲੇ ਛੋਟੇ-ਛੋਟੇ ਟੁਕੜਾਂ ਨੂੰ ਫਲੋ ਹੋ ਕੇ ਅਰਥਾਤ ਉੱਡ ਕੇ ਆਉਣ ਵਾਲੇ ਟੁਕੜੇ ਕਿਹਾ ਜਾਂਦਾ ਸੀ। ਇੱਕ ਕਿਸਾਨ ਦਾ ਜਦੋਂ ਇੱਕ ਕੁਰਾ ਬਣ ਗਿਆ ਤਾਂ ਉਸ ਨੇ ਪੁੱਛਿਆ ਕਿ ਮੇਰੀ ਰੋਹੀ ਵਾਲੀ ਜ਼ਮੀਨ ਹੁਣ ਕਿੱਥੇ ਹੈ। ਤਹਿਸੀਲਦਾਰ ਨੇ ਕਿਹਾ, ਬਾਬਾ ਉਹ ਫਲੋਨ ਹੋ ਗਈ ਹੈ ਤੇ ਤੇਰੇ ਮਾਰੂ ਜ਼ਮੀਨ ਵਾਲੇ ਖੱਤਿਆਂ ਨਾਲ ਜਾ ਲੱਗੀ ਹੈ। ਉਹ ਗਰੀਬ ਕਿਸਾਨ ਦੀ ਰੋਹੀ ਵਾਲੀ ਜ਼ਮੀਨ ਹੀ ਉਸ ਦੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਮਾਰੂ ਵਾਲੀ ਜ਼ਮੀਨ ਵਿੱਚ ਤਾਂ ਸਿਰਫ ਮੋੜ ਤੇ ਗਵਾਰਾ ਹੀ ਹੁੰਦਾ ਸੀ, ਇਸ ਲਈ ਉਸ ਨੂੰ ਮਾਨਸਿਕ ਧੱਕਾ ਤਾਂ ਲੱਗਣਾ ਹੀ ਸੀ। ਉਹ ਕਿਸਾਨ ਦਿਮਾਗੀ ਤੌਰ ਤੇ ਇੰਨਾ ਹਿੱਲ ਗਿਆ ਕਿ ਜੇ ਉਸ ਨੂੰ ਕੋਈ ਪੁੱਛੇ ਕਿ ਬਾਬਾ ਜੀ ਤੁਹਾਡਾ ਨਾਂ ਕੀ ਹੈ ਤਾਂ ਉਹ ਕਹਿੰਦਾ ਫਲੋਨ।
ਜੇ ਕੋਈ ਪੁੱਛਦਾ ਬਾਬਾ ਜੀ ਕਿੱਥੋਂ ਆਇਆ ਤਾਂ ਉਹ ਜਵਾਬ ਦਿੰਦਾ ਫਲੋਨ, ਤੇ ਉਸਨੇ ਬਾਕੀ ਦੀ ਸਾਰੀ ਜ਼ਿੰਦਗੀ ਇਸੇ ਹੀ ਹਾਲਤ ਵਿੱਚ ਕੱਟੀ। ਇਸ ਉਪਰੋਕਤ ਸਾਰੀ ਗੱਲ ਨੂੰ ਰੋਣਾ ਧੋਣਾ ਨਾ ਸਮਝਿਆ ਜਾਵੇ, ਸਗੋਂ ਉਹ ਕਾਰਨ ਸਨ ਜਿਨ੍ਹਾਂ ਕਰਕੇ ਲੋਕ ਗਿਆਨੀ ਜਰਨੈਲ ਸਿੰਘ ਦੀਆਂ ਹੱਕੀ ਗੱਲਾਂ ਨਾਲ ਸਹਿਮਤ ਹੋਏ ਸਨ ਤੇ ਧਰਮ ਯੁੱਧ ਮੋਰਚੇ ਵਿੱਚ ਕੁੱਦੇ ਸਨ। ਇਸ ਸੰਘਰਸ਼ ਵਿੱਚ ਲਗਭਗ ਹਰ ਵਰਗ ਦੇ ਸਿੱਖਾਂ ਨੇ ਹਿੱਸਾ ਲਿਆ। ਇਹ ਪਹਿਲਾ ਮੌਕਾ ਸੀ ਜਦੋਂ ਪੇਂਡੂ, ਸ਼ਹਿਰੀ, ਅਮੀਰ, ਗਰੀਬ, ਪੜ੍ਹਿਆ ਲਿਖਿਆ, ਅਨਪੜ੍ਹ, ਕਲਰਕ, ਅਫਸਰ, ਫੌਜੀ ਤੇ ਰਿਕਸ਼ਾ ਚਲਾਉਣ ਵਾਲੇ ਸਿੱਖ ਤੱਕ ਨੇ ਮੋਰਚੇ ਵਿੱਚ ਭਾਗ ਲਿਆ। ਹਰ ਇੱਕ ਦੀ ਆਪਣੀ ਆਪਣੀ ਸਮੱਸਿਆ ਸੀ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਅੱਜ ਕੱਲ੍ਹ ਟੀਵੀ ਸੀਰੀਅਲ ਕਹਾਣੀ ਘਰ ਘਰ ਕੀ ਅਤੇ ਇਸ ਤੋਂ ਪਹਿਲਾਂ ਆਉਣ ਵਾਲਾ ਇੱਕ ਸੀਰੀਅਲ ਦਾਸਤਾਨ ਸੀ। ਇਹ ਵੀ ਸਿੱਖ ਜਗਤ ਦੇ ਘਰ ਘਰ ਦੀ ਦਾਸਤਾਨ ਹੈ। ਹਰ ਇੱਕ ਦੀ ਆਪਣੀ ਆਪਣੀ ਸਮੱਸਿਆ ਸੀ। ਗਿਆਨੀ ਜਰਨੈਲ ਸਿੰਘ ਕਹਿੰਦੇ ਸਨ, ਜੇ ਗੁੱਲੀ ਰਾਮ ਤੇ ਛੱਜੂ ਮਲ ਦਾ ਨਿਆਣਾ ਰਾਤ ਨੂੰ 11:03 ਤੇ ਜੰਮੇ ਤੇ ਪਹਿਲੀ ਵਾਰੀ ਉਆਂ ਕਰੇ ਤਾਂ ਉਸੇ ਵੇਲੇ ਹੀ ਆਪਣੇ ਪਿਓ ਦੀ ਜਾਇਦਾਦ ਦਾ ਹਿੱਸੇਦਾਰ ਬਣ ਜਾਂਦਾ ਹੈ। ਪਰ ਸਿੱਖ ਦਾ ਪੁੱਤ 21 ਸਾਲਾਂ ਦਾ ਹੋਵੇ ਤਾਂ ਫਿਰ ਉਹਨੂੰ ਇਹ ਹੱਕ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਹਿੰਦੂ ਕਿਵੇਂ ਹੋਏ? ਲਓ, ਇਹ ਉਹ ਸਵਾਲ ਹੈ ਜਿਸ ਦਾ ਅੱਜ ਤੱਕ ਕਿਸੇ ਸੁਪਰੀਮ ਕੋਰਟ ਦੇ ਜੱਜ ਕੋਲੋਂ ਵੀ ਕੋਈ ਉੱਤਰ ਨਹੀਂ ਦਿੱਤਾ ਗਿਆ ਤੇ ਨਾ ਹੀ ਭਾਰਤ ਦੇ ਕਿਸੇ ਹਿੰਦੂ ਕੋਲ ਇਸ ਦਾ ਉੱਤਰ ਹੈ। ਪਰ ਇਹ ਕੇਸ ਮੇਰੇ ਹੱਡਾਂ ਨਾਲ ਵਾਪਰਿਆ, ਇਸ ਲਈ ਜਿੰਨਾ ਚੰਗਾ ਵਿਚਾਰ ਮੈਂ ਪਾਠਕਾਂ ਨਾਲ ਸਾਂਝਾ ਕਰ ਸਕਦਾ ਹਾਂ, ਉਹਨਾਂ ਸ਼ਾਇਦ ਕੋਈ ਹੋਰ ਨਾ ਕਰ ਸਕਦਾ ਹੋਵੇ। ਜਿਸ ਦੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ। ਕਿਸੇ ਨੇ ਘਰ ਦੇ ਦਰਵਾਜ਼ੇ ਲਾਗੇ ਬੱਧੇ ਹੋਏ ਬੌਲਦ ਬਾਰੇ ਉਸ ਦੀ ਮਾਲਕਣ ਮਾਈ ਨੂੰ ਪੁੱਛਿਆ, ਮਾਈ ਵੈੜਕਾ ਮਾਰਦਾ ਤਾਂ ਨਹੀਂ? ਉਸਨੇ ਕਿਹਾ, ਪੁੱਤ ਹੋਰ ਰੰਡੀ ਕਿਹਨੇ ਕੀਤੀ ਹੋਈ ਹੈ? ਮੈਂ ਆਪਣੀ ਜ਼ਿੰਦਗੀ ਦੇ ਕੀਮਤੀ 20 ਸਾਲ ਇਸ ਕਾਨੂੰਨੀ ਨੁਕਤੇ ਕਰਕੇ ਭੰਗ ਦੇ ਪਹਾੜੇ ਗਾਲੇ ਹੋਇਆ। ਇਸ ਤਰ੍ਹਾਂ ਕਿ ਜਦੋਂ ਲੈਂਡ ਸੀਲਿੰਗ ਐਕਟ 1953 ਬਣਿਆ ਤਾਂ ਜਿੰਨੀ ਜ਼ਿਮੀਂਦਾਰਾਂ ਦੀ ਜ਼ਮੀਨ ਜ਼ਿਆਦਾ ਸੀ, ਉਹਨਾਂ ਮਰਦਿਆਂ ਨੇ ਵਾਧੂ ਜ਼ਮੀਨ ਆਪਣੇ ਇਤਬਾਰੀ ਨੌਕਰਾਂ ਤੇ ਸੀਰੀਆਂ ਦੇ ਨਾਂ ਲਵਾ ਦਿੱਤੀ ਤੇ ਕੁਝ ਮਾੜੇ ਮੋਟੇ ਜਿਹੇ ਅੰਗੂਠਾ ਕਾਗਜ਼ਾਂ ਤੇ ਲਵਾ ਕੇ ਆਪਣੇ ਕੋਲ ਰੱਖ ਲਏ। ਫਿਰ ਉਹਨਾਂ ਹੌਲੀ ਹੌਲੀ ਕੁਝ ਜ਼ਮੀਨਾਂ ਵਿੱਚੋਂ ਵੇਚ ਲਈਆਂ ਤੇ ਵਿੱਚੋਂ ਕੁਝ ਨਾ ਕੁਝ ਪੈਸੇ ਆਪਣੇ ਇਤਬਾਰੀ ਸੀਰੀਆਂ ਨੂੰ ਵੀ ਦੇ ਛੱਡੇ। ਪਰ ਜਿਵੇਂ ਜਿਵੇਂ ਸੀਰੀ ਤੇ ਨੌਕਰਾਂ ਨੂੰ ਸੋਝੀ ਆਉਂਦੀ ਗਈ, ਉਹ ਆਪਣੇ ਨਾਂ ਲੱਗੀ ਜ਼ਮੀਨ ਦਾ ਹੱਕ ਮੰਗਣ ਲੱਗ ਪਏ। ਬਹੁਤਿਆਂ ਨੂੰ ਉਹ ਮਿਲ ਵੀ ਗਿਆ। ਕਈਆਂ ਮੁਜ਼ਾਹਰਿਆਂ ਨਾਲ ਦੇ ਦੁਆ ਕੇ ਰਾਜ਼ੀਨਾਮੇ ਹੋ ਗਏ ਤੇ ਕਈਆਂ ਕੇਸਾਂ ਵਿੱਚ ਜ਼ਮੀਨ ਦੇ ਮਾਲਕ ਆਪਣੇ ਮੁਜ਼ਾਹਰਿਆਂ ਦੇ ਇੰਨਾ ਥੱਲੇ ਲੱਗ ਗਏ ਕਿ ਜਦੋਂ ਮੁਜ਼ਾਹਰੇ ਦੀ ਕੁੜੀ ਦਾ ਵਿਆਹ ਹੁੰਦਾ ਤਾਂ ਜ਼ਿਮੀਂਦਾਰ ਕੁੜੀ ਦਾ ਮਾਮਾ ਬਣ ਕੇ ਸਾਰੀ ਨਾਨਕੀ ਛਕ ਕੇ ਲੈ ਜਾਂਦਾ। ਅਰਥਾਤ ਉਸ ਵਿਅਕਤੀ ਨੂੰ ਜਿਸ ਨੂੰ ਲੋਕ ਜ਼ਿਮੀਂਦਾਰ ਕਹਿੰਦੇ ਸਨ ਨੂੰ ਸਿਰਫ ਜ਼ਮੀਨ ਬਚਾਉਣ ਖਾਤਰ ਹੀ ਉਸ ਮੁਜ਼ਾਹਰੇ ਦਾ ਸਾਲਾ ਬਣਨਾ ਪੈਂਦਾ। ਇਹ ਰਿਵਾਜ ਕੁਝ ਕੁ ਹੱਦ ਤੱਕ ਹੁਣ ਵੀ ਹੈ। ਜਿਵੇਂ ਸਿਆਣੇ ਕਹਿੰਦੇ ਹਨ, ਜਦੋਂ ਹਵਾ ਵਗੇ ਤਾਂ ਉਹ ਚੂਹੇ ਦੀ ਖੁੱਡ ਵਿੱਚ ਵੀ ਲੱਗਦੀ ਹੈ। ਮੁਜ਼ਾਹਰਿਆਂ ਨੇ ਠੋਕ ਕੇ ਆਪਣੇ ਹਿੱਸੇ ਲਏ। ਕਈਆਂ ਨੇ ਬਾਗ ਲਾਏ ਤੇ ਇਸ ਤਰ੍ਹਾਂ ਦੇ ਦਵਾ ਕੇ ਬਚਾਅ ਕਰਨ ਵਿੱਚ ਸਫਲ ਹੋ ਗਏ। ਕਈਆਂ ਦੇ ਮੁਕੱਦਮੇ ਝਗੜਦਿਆਂ ਮੁੰਡੇ ਬਾਲਗ ਹੋ ਗਏ ਤੇ ਦੇ ਦਵਾ ਕੇ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ ਤਬਦੀਲੀ ਹੋ ਗਈ। ਇਹ ਸਾਰਾ ਕੁਝ ਜ਼ਿਆਦਾ ਮਾਲਵੇ ਵਿੱਚ ਹੋਇਆ। ਹੁਣ ਕਮਿਊਨਿਸਟ ਤੇ ਹੋਰ ਐਵੇਂ ਬਕਵਾਸ ਕਰਦੇ ਹਨ ਕਿ ਪੰਜਾਬ ਵਿੱਚ ਅਜੇ ਵੀ ਵੱਡੇ ਮਾਲਕ ਹਨ ਤੇ ਜ਼ਗੀਰਦਾਰੀ ਪ੍ਰਬੰਧ ਅਜੇ ਵੀ ਹੈ। ਮਾਲਵੇ ਵਿੱਚ ਜ਼ਗੀਰਦਾਰ ਵਾਲੀ ਗੱਲ ਸ਼ਾਇਦ 1% ਵੀ ਨਹੀਂ, ਬਲਕਿ ਹੈ ਹੀ ਨਹੀਂ। ਇਹ ਸਿਰਫ ਲੋਕਾਂ ਦਾ ਰੌਲਾ ਤੇ ਬਕਵਾਸ ਹੈ ਤੇ ਇਸ ਵਿੱਚ ਕੋਈ ਸਚਾਈ ਨਹੀਂ, ਕਿਉਂਕਿ ਇਸ ਐਕਟ ਤੋਂ ਬਾਅਦ 1972 ਵਾਲੇ ਐਕਟ ਦਾ ਵੀ ਛਾਨਣਾ ਲੱਗ ਚੁੱਕਾ ਹੈ। ਇਸ ਐਕਟ ਵਿੱਚ ਤਾਂ ਇਹ ਵੀ ਹੈ ਕਿ ਜੇ ਕੋਈ ਮੁਜ਼ਾਹਰਾ ਦੱਸ ਪਾਵੇ ਕਿ ਫਲਾਣੇ ਜ਼ਿਮੀਂਦਾਰ ਕੋਲ ਵੱਧ ਜ਼ਮੀਨ ਹੈ ਤਾਂ ਉਹ ਜ਼ਮੀਨ ਉਸ ਬੰਦੇ ਨੂੰ ਹੀ ਅਲਾਟ ਕਰ ਦਿੱਤੀ ਜਾਵੇਗੀ। ਲੋਕਾਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਤੇ ਇੱਥੋਂ ਤੱਕ ਕਿ ਪੁਰਾਣੇ ਗੱਡੇ ਮੁਰਦੇ ਵੀ ਉਖਾੜ ਸੁੱਟੇ। ਜੇ ਕਮਿਊਨਿਸਟਾਂ ਨੂੰ ਜਾਂ ਬਹੁਜਨ ਸਮਾਜ ਪਾਰਟੀ ਦੇ ਦਲਤਾਂ ਨੂੰ ਅਜੇ ਵੀ ਇਹ ਲੱਗਦਾ ਹੈ ਕਿ ਕਿਸੇ ਕੋਲ ਵਾਧੂ ਜ਼ਮੀਨ ਹੈ ਤਾਂ ਉਹ ਦਰਖਾਸਤ ਦੇ ਕੇ ਉਸ ਕੋਲੋਂ ਜ਼ਮੀਨ ਕਿਉਂ ਨਹੀਂ ਲੈ ਲੈਂਦੇ। ਇਹ ਐਵੇਂ ਸਟੇਜਾਂ ਤੇ ਹੀ ਭਾਸ਼ਣਬਾਜ਼ੀ ਹੈ, ਅਸਲੀਅਤ ਕੁਝ ਨਹੀਂ। ਹਾਂ, ਕੁਝ ਲੋਕਾਂ ਨੇ ਕਾਨੂੰਨ ਦੇ ਵਿੱਚ ਕੁਝ ਮਾਮੂਲੀ ਖਾਮੀਆਂ ਦਾ ਫਾਇਦਾ ਜ਼ਰੂਰ ਉਠਾਇਆ ਹੋਵੇਗਾ, ਜਿਹੜਾ ਕਿ ਉਹਨਾਂ ਦਾ ਹੱਕ ਹੈ ਤੇ ਕੋਈ ਵੀ ਉਹ ਹੱਕ ਖੋਹ ਨਹੀਂ ਸਕਦਾ।
ਇਨਕਮ ਟੈਕਸ ਦਾ ਵੀ ਇਹ ਸੁਨਹਿਰਾ ਅਸੂਲ ਹੈ ਕਿ ਟੈਕਸ ਤੋਂ ਆਪਣਾ ਬਚਾਅ ਕਰਨਾ ਹਰ ਵਿਅਕਤੀ ਦਾ ਕਾਨੂੰਨੀ ਤੇ ਇਖਲਾਕੀ ਅਧਿਕਾਰ ਹੈ। 1972 ਵਾਲੇ ਐਕਟ ਵਿੱਚ ਇੱਕ ਫਸਲੀ ਜ਼ਮੀਨ ਵੱਖ ਰੱਖੀ ਜਾ ਸਕਦੀ ਹੈ, 2 ਫਸਲਾਂ ਵਾਲੀ ਘੱਟ। ਐਸਾ ਕਿਸੇ ਨੇ 2 ਫਸਲਾਂ ਵਾਲੀ ਨੂੰ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ 1 ਫਸਲ ਵਾਲੀ ਕਰਵਾ ਕੇ ਕਝਾਨੀ ਮਾਰ ਲਈ ਹੋਵੇ ਤਾਂ ਵੱਖਰੀ ਗੱਲ ਹੈ, ਪਰ ਇਹ ਵੀ 2-4% ਤੋਂ ਵੱਧ ਨਹੀਂ ਹੋ ਸਕਦਾ। ਦੂਜਾ ਤਰੀਕਾ ਇਹ ਸੀ ਕਿ ਕਈਆਂ ਨੇ ਆਪਣੀ ਪਤਨੀ ਦੇ ਨਾਂ ਤੇ ਵਾਧੂ ਜ਼ਮੀਨ ਲਵਾ ਦਿੱਤੀ, ਫਿਰ ਉਸ ਕੋਲੋਂ ਤਲਾਕ ਲੈ ਲਿਆ। ਇਹ ਕੇਸ ਵੀ 1.5% ਤੋਂ ਵੱਧ ਨਹੀਂ। ਇਹ ਜ਼ਿਆਦਾਤਰ ਮਾਝੇ ਅਤੇ ਦੁਆਬੇ ਵਿੱਚ ਹੋਇਆ ਹੈ, ਕਿਉਂਕਿ ਇੱਥੇ ਸੀਰੀ ਤੇ ਜੱਦੀ ਪੁਸ਼ਤੀ ਨੌਕਰਾਂ ਦਾ ਰਿਵਾਜ ਨਹੀਂ। ਇਸ ਤਰ੍ਹਾਂ ਦੇ ਇੱਕ ਕੇਸ ਨੇ ਕਾਫੀ ਤਰਥੱਲੀ ਮਚਾਈ ਸੀ। ਸਰਦਾਰ ਬਲਬੀਰ ਸਿੰਘ ਚੰਦੀ ਜਲੰਧਰ ਜ਼ਿਲ੍ਹਾ ਅਟਾਰਨੀ ਦੇ ਅਹੁਦੇ ਤੋਂ ਤਰੱਕੀ ਲੈ ਕੇ ਚੰਡੀਗੜ੍ਹ ਡਿਪਟੀ ਡਾਇਰੈਕਟਰ ਪ੍ਰੋਸੀਕਿਊਸ਼ਨ ਲੱਗੇ ਤਾਂ ਇੱਕ ਹੋਰ ਜ਼ਿਲ੍ਹਾ ਅਟਾਰਨੀ ਨੇ ਵੀ ਇਸ ਅਹੁਦੇ ਵਾਸਤੇ ਹੱਕ ਜਤਾਇਆ। ਬਲਬੀਰ ਸਿੰਘ ਚੰਦੀ ਪਛੜੇ ਵਰਗ ਨਾਲ ਸੰਬੰਧਿਤ ਸਨ ਤੇ ਉਸ ਦੂਸਰੇ ਅਫਸਰ ਨੇ ਕਿਹਾ ਕਿ ਮੈਂ ਵੀ ਕਿਉਂਕਿ ਜੱਟ ਸਿੱਖ ਤੋਂ ਆਪਣਾ ਧਰਮ ਬਦਲ ਕੇ ਈਸਾਈ ਬਣ ਗਿਆ ਹਾਂ, ਇਸ ਲਈ ਮੈਂ ਵੀ ਪਛੜੇ ਵਰਗ ਵਿੱਚ ਆਉਂਦਾ ਹਾਂ। ਸਿਆਪਾ ਇੱਥੇ ਵੀ ਵਾਧੂ ਜ਼ਮੀਨ ਦਾ ਹੀ ਸੀ। ਉਸ ਅਫਸਰ ਨੇ ਆਪਣਾ ਧਰਮ ਬਦਲ ਕੇ ਆਪਣੀ ਪਤਨੀ ਦੇ ਨਾਂ ਪਹਿਲਾਂ ਦੀ ਹੀ ਲੱਗੀ ਹੋਈ ਜ਼ਮੀਨ ਨੂੰ ਬਚਾਉਣ ਲਈ ਰਜ਼ਾਮੰਦੀ ਨਾਲ ਤਲਾਕ ਦੇ ਦਿੱਤਾ ਤੇ ਨਾਲੇ ਉਹ ਈਸਾਈ ਬਣ ਜਾਣ ਕਰਕੇ ਪਛੜੇ ਵਰਗ ਦਾ ਵੀ ਬਣ ਗਿਆ। ਇਹ ਦੋਵੇਂ ਹੀ ਵਕੀਲ ਸਨ। ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜੇ ਵਾਲੀ ਗੱਲ ਹੋਈ। ਬਲਬੀਰ ਸਿੰਘ ਚੰਦੀ ਜਲੰਧਰ ਆਇਆ ਤਾਂ ਮੈਂ ਉਸ ਨੂੰ ਆਪਣੇ ਇੱਕ ਵਾਕਫ ਈਸਾਈਆਂ ਦੇ ਬਿਸ਼ਪ ਕੋਲ ਲੈ ਗਿਆ। ਬਿਸ਼ਪ ਸਾਹਿਬ ਨੇ ਦੱਸਿਆ ਕਿ ਕੋਈ ਵੀ ਬੰਦਾ ਸਾਡੇ ਧਰਮ ਵਿੱਚ ਬਪਤਿਸਮਾ ਲੈ ਕੇ ਹੀ ਈਸਾਈ ਬਣ ਸਕਦਾ ਹੈ ਤੇ ਇਹ ਬਪਤਿਸਮਾ ਚੱਲਦੇ ਪਾਣੀ ਵਿੱਚ ਹੀ ਦਿੱਤਾ ਜਾ ਸਕਦਾ ਹੈ। ਲਓ ਜੀ, ਫਾਈਲ ਦੁਬਾਰਾ ਪੜ੍ਹੀ ਗਈ ਕਿ ਬਪਤਿਸਮਾ ਕਿੱਥੇ ਚੱਲਦੇ ਪਾਣੀ ਵਿੱਚ ਦਿੱਤਾ ਗਿਆ ਸੀ, ਤਾਂ ਇਹ ਇੱਕ ਨਹਿਰ ਵਿੱਚ ਲਿਆ ਗਿਆ ਸੀ। ਜਦੋਂ ਨਹਿਰ ਵਿਭਾਗ ਕੋਲੋਂ ਪਤਾ ਕੀਤਾ ਤਾਂ ਉਹਨਾਂ ਆਪਣਾ ਰਿਕਾਰਡ ਵੇਖ ਕੇ ਦੱਸਿਆ ਕਿ ਨਹਿਰ ਦੀ ਉਹਨਾਂ ਦਿਨਾਂ ਵਿੱਚ ਬੰਦੀ ਸੀ ਤੇ ਪਾਣੀ ਚੱਲਦਾ ਨਹੀਂ ਸੀ। ਬਸ ਇੰਨੀ ਗੱਲ ਨਾਲ ਹੀ ਬਲਬੀਰ ਸਿੰਘ ਚੰਦੀ ਕੇਸ ਜਿੱਤ ਗਿਆ। ਉਸ ਦੂਜੇ ਵਕੀਲ ਵਿਚਾਰੇ ਨੂੰ ਤਰੱਕੀ ਨਾ ਮਿਲਣ ਦਾ ਨੁਕਸਾਨ ਤਾਂ ਹੋਇਆ ਹੀ, ਸਗੋਂ ਫਾਲਤੂ ਜ਼ਮੀਨ ਦਾ ਕੇਸ ਵੀ ਦੁਬਾਰਾ ਖੁੱਲ੍ਹ ਗਿਆ। ਕਮਿਊਨਿਸਟ ਤੇ ਬਹੁਜਨ ਸਮਾਜ ਪਾਰਟੀ ਵਾਲੇ ਅਜੇ ਵੀ ਸੁਣ ਸੁਣਾ ਕੇ ਆਖੀ ਜਾਂਦੇ ਹਨ ਕਿ ਜ਼ਿਮੀਂਦਾਰਾਂ ਕੋਲ ਬੜੀ ਜ਼ਮੀਨ ਵਾਧੂ ਹੈ ਤੇ ਪੰਜਾਬ ਵਿੱਚ ਜ਼ਗੀਰਦਾਰੀ ਪ੍ਰਬੰਧ ਅਜੇ ਵੀ ਕਾਇਮ ਹੈ। ਗਿਆਨੀ ਜਰਨੈਲ ਸਿੰਘ ਦੀ ਗੁੱਲੀ ਰਾਮ ਤੇ ਛੱਲੀ ਮੱਲ ਵਾਲੀ ਹਿੰਦੂ ਤੇ ਸਿੱਖ ਵਾਲੀ ਗੱਲ ਬਿਲਕੁਲ ਠੀਕ ਹੈ। ਇੱਥੇ ਮੈਂ ਆਪਣੀ ਇੱਕ ਗੱਲ ਦੱਸਦਾ ਹਾਂ ਜੋ ਗਿਆਨੀ ਜਰਨੈਲ ਸਿੰਘ ਦੀ ਗੱਲ ਨਾਲ ਮੇਲ ਖਾਂਦੀ ਹੈ। ਮੈਂ ਆਪਣੀ ਜ਼ਮੀਨ ਨੂੰ ਬਚਾਉਣ ਖਾਤਰ 1970 ਵਿੱਚ ਆਪਣੇ ਪਿਤਾ ਜੀ ਦੇ ਦਾਅਵਾ ਹੱਕ ਕੀਤਾ। ਦਾਅਵਾ ਕਰਕੇ ਜ਼ਮੀਨ ਆਪਣੀਆਂ 2 ਮਾਤਾਵਾਂ ਆਪਣੇ ਬੇਟੇ, ਉਦੋਂ ਉਹ 2-3 ਮਹੀਨਿਆਂ ਦਾ ਸੀ, ਤੇ ਆਪਣੇ ਨਾਂ ਹੋਣ ਲਈ ਅਦਾਲਤ ਵਿੱਚ ਦਰਖਾਸਤ ਦਿੱਤੀ। ਇਹ ਅਸਾਂ ਹਿੰਦੂ ਸੰਯੁਕਤ ਪਰਿਵਾਰ ਦਾ ਸੰਵਿਧਾਨਕ ਅਧਿਕਾਰ ਵਰਤ ਕੇ ਦਾਇਰ ਕੀਤਾ। ਮੇਰੀਆਂ ਮਾਤਾਵਾਂ ਨੇ ਦਾਅਵਾ ਕੀਤਾ ਕਿ ਜਦੋਂ ਅਸੀਂ ਪਾਕਿਸਤਾਨ ਵਿੱਚੋਂ ਆਏ ਸੀ ਤਾਂ ਸਾਡੇ ਪਤੀ ਕੋਲ 1 ਫੁੱਟੀ ਕੌਡੀ ਵੀ ਨਹੀਂ ਸੀ। ਇਹਨਾਂ ਨੇ ਸਾਨੂੰ ਆਖਿਆ ਸੀ ਕਿ ਜੇ ਤੁਸੀਂ ਆਪਣੇ ਇਸਤਰੀ ਧਨ ਦੇ ਗਹਿਣੇ ਵੇਚ ਕੇ ਮੈਨੂੰ ਦੇ ਦਿਓ ਤਾਂ ਮੈਂ ਟਿਊਬਲ ਲਵਾ ਲਵਾਂ ਤੇ ਨਾਲੇ 2 ਜੋਗਾਂ ਬਲਦ ਲੈ ਕੇ ਵਾਹੀ ਸ਼ੁਰੂ ਕਰਾਂ। ਇਸ ਦੇ ਵੱਟੇ ਮੈਂ ਤੁਹਾਡੇ ਨਾਂ ਤੇ ਜ਼ਮੀਨ ਲਵਾ ਦਿਆਂਗਾ। ਅਸਾਂ ਤਾਂ ਇਹਨਾਂ ਦਾ ਆਖਾ ਮੰਨ ਕੇ ਗਹਿਣੇ ਵੇਚ ਕੇ ਇਹਨਾਂ ਨੂੰ ਦੇ ਦਿੱਤੇ, ਪਰ ਇਹ ਹੁਣ ਮੁੱਕਰ ਗਏ ਹਨ ਤੇ ਆਪਣਾ ਵਾਅਦਾ ਪੂਰਾ ਨਹੀਂ ਕਰਦੇ। ਇਸ ਲਈ ਸਾਨੂੰ ਇਸ ਅਦਾਲਤ ਦਾ ਕੁੰਡਾ ਖੜਕਾਉਣਾ ਪਿਆ ਹੈ। ਸਾਨੂੰ ਜ਼ਮੀਨ ਦਿੱਤੀ ਜਾਵੇ। ਮੇਰਾ ਦਾਅਵਾ ਵੀ ਸਿੱਧ ਸੀ ਕਿ ਮੈਂ ਹੁਣ ਬਾਲਗ ਹਾਂ, ਮੈਨੂੰ ਮੇਰਾ ਹੱਕ ਮਿਲੇ। ਨਾਲੇ ਇਹ ਸਾਂਝੇ ਪਰਿਵਾਰ ਦੀ ਜ਼ਮੀਨ ਹੈ, ਸਾਡੇ ਵੱਡੇ ਵਡੇਰਿਆਂ ਤੋਂ ਤੁਰੀ ਆਉਂਦੀ ਹੈ। ਮੇਰਾ ਪਿਓ ਤਾਂ ਸਿਰਫ ਇਸ ਦਾ ਪ੍ਰਬੰਧਕ ਹੀ ਹੈ। ਛੋਟੇ ਮੁੰਡੇ ਦਾ ਕੇਸ ਵੀ ਇਹ ਸੀ ਕਿ ਉਹ ਜੰਮਣਸਾਰ ਹੀ ਜੱਦੀ ਜਾਇਦਾਦ ਦਾ ਹੱਕਦਾਰ ਹੈ। ਸਾਨੂੰ ਪਿਤਾ ਪੁਰਖੀ ਜਾਇਦਾਦ ਦਾ ਹਿੱਸਾ ਮਿਲਣਾ ਚਾਹੀਦਾ ਹੈ। ਉਦੋਂ ਸਰਦਾਰ ਭਗਵਾਨ ਸਿੰਘ ਸਬ ਜੱਜ ਸਨ। ਉਹਨਾਂ ਨੇ ਮੁਕੱਦਮਾ ਪੜ੍ਹਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਬੜੇ ਭਾਵੁਕ ਹੋ ਕੇ ਕਹਿਣ ਲੱਗੇ, ਸਿੱਖੀ ਹੁਣ ਬਹੁਤਾ ਚਿਰ ਨਹੀਂ ਬਚਣੀ। ਮੈਂ ਸਮਝਦਾ ਹਾਂ ਕਿ ਸਿੱਖ ਹੋ ਕੇ ਵੀ ਹਿੰਦੂ ਹੋਣ ਦਾ ਅੱਕ ਕਿਉਂ ਚੱਬਣ ਲੱਗੇ ਹਨ, ਪਰ ਹੁਣ ਇਹਨਾਂ ਕੋਲ ਹੋਰ ਕੋਈ ਚਾਰਾ ਵੀ ਤੇ ਨਹੀਂ। ਜੇ ਆਪਣੇ ਆਪ ਨੂੰ ਇਹ ਹਿੰਦੂ ਨਹੀਂ ਕਹਿੰਦੇ ਤਾਂ ਜ਼ਮੀਨ ਜਾਂਦੀ ਹੈ, ਤੇ ਜੇ ਹਿੰਦੂ ਕਹਿੰਦੇ ਹਨ
ਤਾਂ ਸਿੱਖੀ ਜਾਂਦੀ ਹੈ। ਜ਼ਮੀਨ ਵੱਟੇ ਸਿੱਖੀ ਰੱਖਣੀ ਇਹਨਾਂ ਲਈ ਬੜਾ ਮਹਿੰਗਾ ਸੌਦਾ ਹੈ। ਇਹ ਵਿਚਾਰੇ ਤਾਂ ਵਾਹੀ ਤੋਂ ਬਿਨਾਂ ਹੋਰ ਕੋਈ ਧੰਦਾ ਵੀ ਨਹੀਂ ਜਾਣਦੇ। ਇਹਨਾਂ ਕਿਹੜਾ ਹਿੰਦੂਆਂ ਵਾਂਗ ਪਕੌੜੇ ਤਲ ਕੇ ਰੋਟੀ ਕਮਾ ਲੈਣੀ ਹੈ। ਜੱਜ ਸਾਹਿਬ ਦੀ ਇਹ ਅਤ ਸੰਵੇਦਨਸ਼ੀਲ ਤੇ ਭਾਵੁਕ ਟਿੱਪਣੀ ਸੁਣ ਕੇ ਸਾਡਾ ਜੀ ਕਰੇ ਕਿ ਅਸੀਂ ਭੁੱਬਾਂ ਮਾਰ-ਮਾਰ ਕੇ ਰੋਈਏ। 10 ਪੀੜ੍ਹੀਆਂ ਤੋਂ ਸਿੱਖ ਚੱਲਿਆ ਆਉਂਦਾ ਪਰਿਵਾਰ ਅੱਜ ਹਿੰਦੂ ਦੇ ਦਰਬਾਰ ਵਿੱਚ ਸਿੱਖ ਤੋਂ ਹਿੰਦੂ ਬਣਨ ਲਈ ਅਰਜ਼ ਗੁਜ਼ਾਰ ਰਿਹਾ ਸੀ ਤੇ ਲਿਲਕੜੀਆਂ ਕੱਢ ਰਿਹਾ ਸੀ। ਕੋਈ ਦੱਸੇ ਕਿ ਹੇਠਲੀ ਉੱਤੇ ਹੋਰ ਕਿੱਦਾਂ ਆਉਂਦੀ ਹੈ। ਇੱਕ ਪਤਨੀ ਦੇ ਹੁੰਦਿਆਂ ਕੋਈ ਦੂਜਾ ਵਿਆਹ ਨਹੀਂ ਕਰਵਾ ਸਕਦਾ। ਇਸ ਦਾ ਜਵਾਬ ਵੀ ਅਸਾਂ ਲੱਭ ਲਿਆ ਸੀ ਕਿ ਹਿੰਦੂ ਮੈਰਿਜ ਐਕਟ ਬਾਅਦ ਵਿੱਚ ਬਣਿਆ ਹੈ। 2 ਵਿਆਹ ਅੰਗਰੇਜ਼ ਦੇ ਰਾਜ ਵੇਲੇ ਦੇ ਹੋਏ ਹਨ, ਜਦੋਂ ਕਿ ਹਿੰਦੂ ਮੈਰਿਜ ਐਕਟ ਹੋਂਦ ਵਿੱਚ ਨਹੀਂ ਸੀ ਆਇਆ। ਖੈਰ ਜੀ, ਡਿਗਰੀ ਹੋ ਗਈ, ਸਾਡੀ ਜ਼ਮੀਨ ਵੰਡੀ ਗਈ। ਇਹ ਡਿਗਰੀ ਸਨ 1970 ਵਿੱਚ ਹੋਈ ਸੀ। 1971 ਵਿੱਚ ਨਾਲੇ ਤਾਂ ਖੇਤੀ ਵਾਲੀ ਜ਼ਮੀਨ ਤੇ ਵੈਲਥ ਟੈਕਸ ਤੇ ਹੋਰ ਟੈਕਸ ਲੱਗਣ ਦਾ ਕਾਨੂੰਨ ਆ ਗਿਆ ਤੇ 1971 ਵਿੱਚ ਹੀ ਮੇਰੇ ਪਿਤਾ ਜੀ ਵੀ ਚੱਲ ਵਸੇ। ਜਿਹੜਾ ਹਿੱਸਾ ਮੇਰੇ ਪਿਤਾ ਜੀ ਦੇ ਨਾਂ ਬਚਦਾ ਸੀ ਉਹ ਅਸਾਂ ਵਸੀਅਤ ਬਣਾ ਕੇ ਆਪਸ ਵਿੱਚ ਵੰਡ ਲਿਆ ਤੇ ਜ਼ਮੀਨ ਵੇਚ ਦਿੱਤੀ, ਜਿਸ ਦਾ ਜ਼ਿਕਰ ਉੱਪਰ ਆ ਚੁੱਕਾ ਹੈ। ਜਦੋਂ ਅਸੀਂ ਟੈਕਸ ਰਿਟਰਨ ਫਾਈਲ ਕੀਤੀ ਤਾਂ ਅਸੀਂ ਆਪਣਾ ਸੰਯੁਕਤ ਹਿੰਦੂ ਪਰਿਵਾਰ ਦਾ ਹੱਕ ਜਤਾਇਆ, ਪਰ ਇਨਕਮ ਟੈਕਸ ਅਫਸਰ ਨੇ ਸਾਡੀ ਅਦਾਲਤ ਦੁਆਰਾ ਦਿੱਤੀ ਹੋਈ ਡਿਗਰੀ ਨੂੰ ਬੋਗਸ ਤੇ ਬੇਕਾਰ ਕਹਿ ਕੇ ਇਸ ਨੂੰ ਸਾਡੇ ਪਿਤਾ ਵੱਲੋਂ ਸਾਨੂੰ ਦਿੱਤਾ ਗਿਆ ਤੋਹਫਾ ਅਰਥਾਤ ਗਿਫਟ ਕਰਾਰ ਦੇ ਦਿੱਤਾ। ਇੱਥੇ ਕਾਨੂੰਨੀ ਨੁਕਤਾ ਇਹ ਸੀ ਕਿ ਇਨਕਮ ਟੈਕਸ ਅਫਸਰ HUF ਹਿੰਦੂ ਸੰਯੁਕਤ ਪਰਿਵਾਰ ਐਕਟ ਸਿੱਖਾਂ ਤੇ ਲਾਗੂ ਹੀ ਨਹੀਂ ਹੁੰਦਾ, ਇਹ ਸਿਰਫ ਹਿੰਦੂ ਪਰਿਵਾਰਾਂ ਤੇ ਹੀ ਲਾਗੂ ਹੁੰਦਾ। ਅਸਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25(2) ਵਿੱਚ ਤਾਂ ਸਿੱਖ ਵੀ ਹਿੰਦੂ ਹੀ ਮੰਨੇ ਗਏ ਹਨ ਤੇ ਜੈਨੀ ਤੇ ਬੌਧੀ ਵੀ ਹਿੰਦੂ ਹੀ ਹਨ, ਪਰ ਇਨਕਮ ਟੈਕਸ ਅਫਸਰ ਨੇ ਕਿਹਾ ਕਿ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਸਨ ਤਾਂ ਉਹਨਾਂ ਕਿਹਾ ਸੀ ਕਿ ਅਸੀਂ ਤੁਹਾਡੇ ਰਸਮਾਂ ਰਿਵਾਜਾਂ ਵਿੱਚ ਕੋਈ ਦਖਲ ਨਹੀਂ ਦੇਣਾ। ਇਸ ਲਈ ਉਹਨਾਂ ਨੇ 2 ਕਾਨੂੰਨ ਬਣਾਏ, ਇੱਕ ਤਾਂ ਸੰਯੁਕਤ ਪਰਿਵਾਰ ਵਾਲਾ ਤੇ ਦੂਜਾ ਰਿਵਾਜ ਵਾਲਾ, ਅਰਥਾਤ ਜਿਸ ਨੂੰ ਅੰਗਰੇਜ਼ੀ ਵਿੱਚ ਕਸਟਮਰੀ ਲਾ ਕਹਿੰਦੇ ਹਨ। ਇਹ ਕਸਟਮਰੀ ਲਾ ਹੀ ਜੱਟਾਂ ਤੇ ਲਾਗੂ ਹੁੰਦਾ ਹੈ। ਇੱਕ ਜੱਟ ਆਪਣੇ ਜਿਉਂਦੇ ਜੀ ਆਪਣੀ ਜਾਇਦਾਦ ਦਾ ਵਾਹਦ ਮਾਲਕ ਹੁੰਦਾ ਹੈ। ਉਹ ਆਪਣੀ ਜ਼ਮੀਨ ਵੇਚ ਕੇ ਸ਼ਰਾਬ ਪੀ ਲਵੇ, ਡੋਡੇ ਪੀ ਲਵੇ, ਅਫੀਮ ਖਾ ਲਵੇ, ਗੁਰਦੁਆਰੇ ਦੇ ਨਾਂ ਲਵਾ ਦੇਵੇ, ਭਾਵੇਂ ਕਾਲੇ ਚੋਰ ਨੂੰ ਦੇ ਦੇਵੇ, ਕੋਈ ਉਸ ਨੂੰ ਰੋਕ ਨਹੀਂ ਸਕਦਾ। ਜ਼ਮੀਨ ਦੀ ਮਾਲਕੀ ਵਾਲੇ ਲੋਕਾਂ ਤੇ ਇਹ ਕਾਨੂੰਨ ਹੀ ਲਾਗੂ ਹੁੰਦਾ ਹੈ। ਜੱਟ ਦਾ ਪੁੱਤ ਜੱਟ ਦਾ ਇਸੇ ਕਰਕੇ ਹੀ ਵੈਰੀ ਹੁੰਦਾ ਹੈ ਤੇ ਜ਼ਮੀਨ ਲਈ ਆਪਣੇ ਪਿਓ ਦਾ ਕਤਲ ਵੀ ਕਰ ਦਿੰਦਾ ਹੈ, ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਸ ਦੇ ਜੀਂਦੇ ਜੀ ਮੈਨੂੰ ਹੋਰ ਕਿਸੇ ਵੀ ਤਰੀਕੇ ਨਾਲ ਜਾਇਦਾਦ ਨਹੀਂ ਮਿਲ ਸਕਦੀ। ਮੈਂ ਕਿਹਾ ਇਹ ਕਾਨੂੰਨ ਜੱਟਾਂ ਤੇ ਲਾਗੂ ਹੁੰਦਾ ਹੋਵੇਗਾ, ਪਰ ਮੇਰਾ ਪਰਿਵਾਰ ਜੱਟ ਪਰਿਵਾਰ ਨਹੀਂ, ਅਸੀਂ ਕੰਬੋ ਹਾਂ, ਇਸ ਲਈ ਸਾਡੇ ਤੇ ਸੰਯੁਕਤ ਪਰਿਵਾਰ ਹੀ ਲਾਗੂ ਹੁੰਦਾ, ਕਿਉਂਕਿ ਕੰਬੋ ਜੱਟ ਨਹੀਂ ਹੁੰਦੇ। ਜੇ ਗੱਲ ਸਿਰਫ ਜੱਟ ਤੇ ਹੀ ਕਾਨੂੰਨ ਲਾਗੂ ਹੋਣ ਦੀ ਸੀ ਤਾਂ ਗੱਲ ਇੱਥੇ ਹੀ ਮੁੱਕ ਜਾਣੀ ਚਾਹੀਦੀ ਸੀ, ਕਿਉਂਕਿ ਉਸੇ ਦਿਨ ਹੀ ਮੈਂ ਇੱਕ ਬਿਆਨ ਹਲਫੀਆ ਮੈਜਿਸਟ੍ਰੇਟ ਫਸਟ ਕਲਾਸ ਕੋਲੋਂ ਤਸਦੀਕ ਕਰਵਾ ਕੇ ਮਹਿਕਮਾ ਇਨਕਮ ਟੈਕਸ ਨੂੰ ਦੇ ਦਿੱਤਾ ਕਿ ਅਸੀਂ ਕੰਬੋ ਹਾਂ ਤੇ ਕੰਬੋ ਜੱਟ ਨਹੀਂ ਹੁੰਦੇ। ਪੁਸ਼ਟੀ ਵਜੋਂ ਇੱਕ ਕਿਤਾਬ ਵੀ ਨਾਲ ਪੇਸ਼ ਕਰ ਦਿੱਤੀ, ਪਰ ਇਨਕਮ ਟੈਕਸ ਅਫਸਰ ਨੇ ਹੋਰ ਕਤੁੱਤ ਕੱਢੀ ਕਿ ਭਾਵੇਂ ਤੁਸੀਂ ਜੱਟ ਨਹੀਂ ਤਾਂ ਵੀ ਇਹ ਸੰਯੁਕਤ ਪਰਿਵਾਰ ਵਾਲਾ ਕਾਨੂੰਨ ਸਿਰਫ ਸ਼ਹਿਰਾਂ ਵਿੱਚ ਹੀ ਲਾਗੂ ਹੁੰਦਾ ਹੈ, ਪਿੰਡਾਂ ਵਿੱਚ ਨਹੀਂ। ਮੈਂ ਉਸੇ ਵੇਲੇ ਮੈਜਿਸਟ੍ਰੇਟ ਫਸਟ ਕਲਾਸ ਕੋਲੋਂ ਤਸਦੀਕ ਕਰਵਾ ਕੇ ਇੱਕ ਹੋਰ ਬਿਆਨ ਹਲਫੀਆ ਦੇ ਦਿੱਤਾ ਕਿ ਮੈਂ ਪਿੰਡ ਵਿੱਚ ਨਹੀਂ ਸ਼ਹਿਰ ਵਿੱਚ ਰਹਿੰਦਾ ਹਾਂ, ਤੇ ਇਸ ਗੱਲ ਦੀ ਪੁਸ਼ਟੀ ਲਈ ਮਿਊਨਿਸਪਲ ਕਮੇਟੀ ਜਲੰਧਰ ਦਾ ਨੋਟੀਫਿਕੇਸ਼ਨ ਅਤੇ ਸਰਟੀਫਿਕੇਟ ਵੀ ਨਾਲ ਨੱਥੀ ਕਰ ਦਿੱਤਾ। ਇਨਕਮ ਟੈਕਸ ਅਫਸਰ ਜੋ ਇੱਕ ਕੱਟੜ ਹਿੰਦੂ ਬ੍ਰਾਹਮਣ ਸੀ ਤੇ ਕਿਸੇ ਵੀ ਤਰ੍ਹਾਂ ਮੈਨੂੰ ਆਰਥਿਕ ਰਗੜਾ ਲਾਉਣ ਤੇ ਤੁਲਿਆ ਹੋਇਆ ਸੀ ਨੇ ਕਿਹਾ ਕਿ ਭਾਵੇਂ ਤੁਸੀਂ ਸ਼ਹਿਰ ਵਿੱਚ ਹੀ ਰਹਿੰਦੇ ਹੋ ਤਦ ਵੀ ਇਹ ਕਾਨੂੰਨ ਜੱਦੀ ਜਾਇਦਾਦਾਂ ਤੇ ਹੀ ਲਾਗੂ ਹੁੰਦਾ ਹੈ, ਅਰਥਾਤ ਉਹ ਜਾਇਦਾਦ ਜਿਹੜੀ ਕਿਸੇ ਦੇ ਬਾਬੇ ਪੜਦਾਦੇ ਨੇ ਖਰੀਦੀ ਹੋਵੇ। ਜੇ ਕਿਸੇ ਦੇ ਪਿਤਾ ਨੇ ਜਾਇਦਾਦ ਖਰੀਦੀ ਹੋਵੇ ਤਾਂ ਉਸ ਤੇ ਇਹ ਲਾਗੂ ਨਹੀਂ ਹੁੰਦਾ। ਮੈਂ ਮਹਿਕਮਾ ਮੁੜ ਵਸਾਊ ਜਾ ਕੇ ਪੁਰਾਣੀ ਉਹ ਫਰਦ ਜਮਾਬੰਦੀ ਕਢਵਾ ਲਈ ਜਿਸ ਤੋਂ ਸਾਨੂੰ ਪਾਕਿਸਤਾਨ ਦੀ ਜ਼ਮੀਨ ਬਦਲੇ ਇੱਥੇ ਜ਼ਮੀਨ ਅਲਾਟ ਹੋਈ ਸੀ। ਜ਼ਮੀਨ ਦੀ ਅਲਾਟਮੈਂਟ ਦੇ ਕਾਗਜ਼ ਵੀ ਦਾਖਲ ਕੀਤੇ, ਫਰਦ ਦੇ ਨਾਲ ਕੁਰਸੀਨਾਮੇ ਦੀ ਨਕਲ ਵੀ ਨਾਲ ਲਾਈ, ਪਰ ਅਫਸਰ ਫਿਰ ਵੀ ਨਾ ਮੰਨਿਆ। ਉਸ ਨੇ ਕਿਹਾ ਇਹ ਤਾਂ ਠੀਕ ਹੈ ਕਿ ਜ਼ਮੀਨ ਤੁਹਾਨੂੰ
ਪਾਕਿਸਤਾਨ ਵਾਲੀ ਜ਼ਮੀਨ ਵੱਟੇ ਮਿਲੀ ਹੈ, ਪਰ ਇਹ ਕਿੱਥੇ ਸਾਬਤ ਹੁੰਦਾ ਹੈ ਤੁਹਾਡੇ ਬਾਬੇ ਜਾਂ ਪੜਦਾਦੇ ਦੀ ਹੈ। ਕੀ ਪਤਾ ਤੁਹਾਡੇ ਪਿਤਾ ਜੀ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਮੁੱਲ ਲਈ ਹੋਵੇ। ਕਿੱਸਾ ਕੋਤਾ ਇਹ ਕਿ ਇਨਕਮ ਟੈਕਸ ਅਫਸਰ ਸਿੱਧੇ ਸਾਦੇ ਕੇਸ ਨੂੰ ਮੁਤਸਬੀ ਪੁਣੇ ਕਰਕੇ ਹੀ ਉਲਝਾ ਰਿਹਾ ਸੀ। ਉਹ ਮੈਨੂੰ ਕੋਈ ਵੀ ਰਿਆਇਤ ਦੇਣ ਲਈ ਤਿਆਰ ਨਹੀਂ ਸੀ। ਮਾੜੀ ਮੋਟੀ ਰਿਸ਼ਵਤ ਦੀ ਗੱਲ ਵੀ ਚੱਲੀ, ਪਰ ਜਿੰਨੀ ਉਹ ਮੰਗਦਾ ਸੀ ਓਨੀ ਰਿਸ਼ਵਤ ਮੈਂ ਆਪਣੀ ਅੱਧੀ ਜ਼ਮੀਨ ਵੇਚ ਕੇ ਵੀ ਨਹੀਂ ਸਾਂ ਦੇ ਸਕਦਾ। ਅਖੀਰ ਜੱਦੀ ਜ਼ਮੀਨ ਸਾਬਤ ਕਰਨ ਲਈ ਮੈਂ ਪਾਕਿਸਤਾਨ ਜਾਣ ਦਾ ਫੈਸਲਾ ਕਰ ਲਿਆ। ਉਦੋਂ ਪਾਕਿਸਤਾਨ ਵਿੱਚ ਜ਼ਿਆ-ਉਲ ਹੱਕ ਨੇ ਜ਼ੁਲਫਕਾਰ ਅਲੀ ਭੁੱਟੋ ਦਾ ਤਖਤਾ ਪਲਟ ਕੇ ਰਾਜ ਸੰਭਿਆ ਸੀ ਤੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਗੜਬੜ ਚੱਲ ਰਹੀ ਸੀ ਤੇ ਅਮਨ ਕਾਨੂੰਨ ਦੀ ਸਥਿਤੀ ਚੰਗੀ ਨਹੀਂ ਸੀ। ਪਰ ਜਾਇਦਾਦ ਨੂੰ ਬਚਾਉਣ ਲਈ ਮੈਂ ਇਹ ਜੋਖਮ ਵੀ ਉਠਾਇਆ ਤੇ ਪਾਕਿਸਤਾਨ ਜਾਣ ਵਾਸਤੇ ਵੀਜ਼ਾ ਲੈਣ ਲਈ ਪਾਕਿਸਤਾਨ ਅੰਬੈਸੀ ਵਿੱਚ ਜਾ ਪੇਸ਼ ਹੋਇਆ। ਕਿਉਂਕਿ ਕਦੇ ਕਿਸੇ ਇਕੱਲੇ ਸਿੱਖ ਨੇ ਇਨਕਮ ਟੈਕਸ ਦੇ ਬਚਾਅ ਲਈ ਵੀਜ਼ਾ ਨਹੀਂ ਸੀ ਮੰਗਿਆ, ਇਸ ਲਈ ਇਹ ਗੱਲ ਪਾਕਿਸਤਾਨ ਦੇ ਹਾਈ ਕਮਿਸ਼ਨਰ ਦੀ ਸਮਝ ਤੋਂ ਬਾਹਰ ਸੀ। ਉਹ ਇਸ ਗੱਲ ਤੋਂ ਬਹੁਤ ਹੈਰਾਨ ਸੀ ਕਿ ਹਿੰਦੁਸਤਾਨ ਵਿੱਚ ਖੇਤੀ ਵਰਗੇ ਅਤ ਘਾਟੇ ਦੇ ਧੰਦੇ ਤੇ ਵੀ ਇਨਕਮ ਟੈਕਸ ਲੱਗਦਾ ਹੈ। ਇਸ ਸਾਰੀ ਗੱਲ ਦਾ ਜ਼ਿਕਰ ਮੈਂ ਆਪਣੀ ਹੋਰ ਛਪ ਰਹੀ ਕਿਤਾਬ ਮੇਰੀ ਪਾਕਿਸਤਾਨ ਯਾਤਰਾ ਕੁਝ ਯਾਦਾਂ ਵਿੱਚ ਕੀਤਾ ਹੈ। ਮੈਨੂੰ ਵੀ ਕਿਉਂਕਿ ਜਾਨ ਪਿਆਰੀ ਸੀ, ਇਸ ਕਰਕੇ ਵੀਜ਼ਾ ਮਿਲ ਜਾਣ ਤੇ ਵੀ ਮੈਂ ਪਾਕਿਸਤਾਨ ਨਾ ਗਿਆ। ਪਰ ਪਾਕਿਸਤਾਨੀਆਂ ਦੀ ਸਿੱਖਾਂ ਨਾਲ ਦਿਲੀ ਹਮਦਰਦੀ ਨੇ ਮੇਰਾ ਦਿਲ ਮੋਹ ਲਿਆ, ਕਿਉਂਕਿ ਹਿੰਦੁਸਤਾਨ ਵਿੱਚੋਂ ਪਾਕਿਸਤਾਨ ਜਾਣ ਵਾਲੇ ਮੁਸਲਮਾਨਾਂ ਨੂੰ ਇੱਥੋਂ ਛੱਡ ਕੇ ਜਾਣ ਵਾਲੀ ਜ਼ਮੀਨ ਦੇ ਬਦਲੇ ਲਗਭਗ ਦੁੱਗਣੀ ਜ਼ਮੀਨ ਤੇ ਕਈ ਸ਼ਹਿਰਾਂ ਵਿੱਚ ਕੀਮਤ ਦੇ ਲਿਹਾਜ਼ ਨਾਲ ਤਿੱਗਣੀ ਤੋਂ ਵੀ ਵੱਧ ਮਿਲੀ ਸੀ। ਇਹ ਗੱਲ ਮੈਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਆਪ ਦੱਸੀ ਸੀ। ਬਾਬੂ ਰਜ਼ਬ ਅਲੀ ਨੇ, ਜੋ ਇੱਕ ਕਿੱਸਾਕਾਰ ਸੀ, ਮੋਗੇ ਦਾ ਰਹਿਣ ਵਾਲਾ ਸੀ ਤੇ ਨਹਿਰ ਦੇ ਮਹਿਕਮੇ ਵਿੱਚ ਨੌਕਰੀ ਵੀ ਕਰਦਾ ਸੀ, ਪਾਕਿਸਤਾਨ ਵਿੱਚ ਲਿਖੀ ਉਸ ਦੀ ਲਿਖਤ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਭਾਰਤ ਵਿੱਚੋਂ ਮੋਗੇ ਤੋਂ 20 ਕਿੱਲੇ ਪੁਸ਼ਤੈਨੀ ਜਾਇਦਾਦ ਛੱਡ ਕੇ ਪਾਕਿਸਤਾਨ ਗਿਆ ਸੀ, ਪਰ ਉੱਥੇ ਉਸ ਨੂੰ 40 ਕਿੱਲੇ ਉਪਜਾਊ ਜ਼ਮੀਨ ਮਿਲੀ। ਬਾਬੂ ਰਜ਼ਬ ਅਲੀ ਜਿਸ ਮੋਗੇ ਵਿੱਚੋਂ ਗਿਆ ਸੀ, ਲੋਕ ਉਸ ਮੋਗੇ ਨੂੰ ਮੋਗਾ ਸਹਿਕਿਆ ਜੋਗਾ ਕਹਿੰਦੇ ਹੁੰਦੇ ਸਨ। ਇਸ ਦੀ ਪੁਸ਼ਟੀ ਲਈ ਥੱਲੇ ਉਸ ਦੀ ਲਿਖੀ ਹੋਈ ਕਵਿਤਾ ਇਨ ਬਿਨ ਦਿੱਤੀ ਜਾ ਰਹੀ ਹੈ। ਰਜ਼ਬ ਅਲੀ ਨਾਮ ਸਾਹੋ ਕੇ ਗਰਾਮ ਹੈ, ਮੰਨ ਲੈਣਾ ਹੱਥ ਜੋੜ ਕੇ ਸਲਾਮ ਹੈ। ਬਾਗੇ ਵਾਲਾ ਠਾਣਾ ਮੋਗੇ ਦੀ ਤਹਿਸੀਲ ਸੀ, ਮੋਗਾ ਸਾਡੇ ਪਿੰਡ ਤੋਂ 17 ਮੀਲ ਸੀ। ਮੇਰੇ ਪਾਸ ਬਾਬੂ ਨਹਿਰੀ ਦੀ ਅਸਾਮੀ ਸੀ, ਜਾਣ ਦੇ ਬਥੇਰੇ ਲੋਕ ਲਾਮੀ ਸ਼ਾਮੀ ਸੀ। ਸਨ 47 ਦੇਸ਼ ਚੋਂ ਉਜਾੜੇ ਸੀ, ਅੰਨ ਜਲ ਲੈ ਗਿਆ ਖਿੱਚ ਕੇ ਉਕਾੜੇ ਸੀ। 32 ਚੱਕ ਮਿਲ ਗਿਆ ਠਿਕਾਣਾ ਛੇਕੜ ਹੈ, ਮਿਲ ਗਈ ਜ਼ਮੀਨ ਉੱਥੇ 40 ਏਕੜ ਹੈ। ਸ਼ਹਿਰ ਦੇ ਸਾਹਮਣੇ ਜਲਾਲਾਬਾਦ ਦੇ, ਜਿੱਥੇ ਬਾਲੇ ਖੇਤ ਧਾਨ ਤੇ ਕਮਾਦ ਦੇ, ਲੱਗੇ ਨਾ ਕਿਸੇ ਦਾ ਚਿੱਤ ਪਰਦੇਸ ਜਾ। ਹੋ ਗਈ 60 ਏਕੜ ਆਬਾਦ ਏਸ ਜਾ। ਕਾਕਿਆਂ ਦੀ ਮਾਂ ਤੇ ਮੈਂ 32 ਚ ਰਹਿੰਦੇ ਆ, ਪੈਨਸ਼ਨ ਮਿਲਦੀ ਹੈ ਬਹਾਰਾਂ ਲੈਨੇ। ਜਦੋਂ ਕਿ ਸਾਨੂੰ 50% ਦੀ ਕੱਟ ਤਾਂ ਸਿੱਧੀ ਹੀ ਲਾ ਦਿੱਤੀ ਗਈ ਸੀ ਤੇ ਫਿਰ ਅਰਬਨ, ਸਬ ਅਰਬਨ ਤੇ ਰੂਰਲ ਅਰਥਾਤ ਸ਼ਹਿਰ ਦੇ ਨੇੜੇ ਰਹਿਣ ਵਾਲੀ ਤੇ ਪੇਂਡੂ ਜ਼ਮੀਨ ਦਾ ਵਿਤਕਰਾ ਪਾ ਕੇ ਵੀ ਹੋਰ ਕੱਟ ਲਾਈ ਗਈ। ਇਸ ਬਾਣੀਆਂ ਸਰਕਾਰ ਨੇ ਸਾਡੀ ਹੀ ਜ਼ਮੀਨ ਦੇ ਵਟਾਂਦਰੇ ਵਿੱਚ ਆਈ ਹੋਈ ਜ਼ਮੀਨ ਜੋ ਅਲਾਟ ਕਰਨ ਤੋਂ ਬਚ ਗਈ ਸੀ ਨੂੰ ਵੇਚ ਕੇ ਸਰਕਾਰੀ ਖਜ਼ਾਨੇ ਵਿੱਚ ਵਾਧਾ ਕੀਤਾ, ਪਰ ਵਾਧੂ ਜ਼ਮੀਨ ਅਲਾਟੀਆਂ ਵਿੱਚ ਨਾ ਵੰਡੀ ਗਈ, ਜਦੋਂ ਕਿ ਉਸ ਜ਼ਮੀਨ ਤੇ ਸਾਡਾ ਹੱਕ ਬਣਦਾ ਸੀ। ਸਾਡੀਆਂ ਜ਼ਮੀਨਾਂ ਦਾ ਵਟਾਂਦਰਾ ਹੋਇਆ ਸੀ, ਭਾਰਤ ਸਰਕਾਰ ਦੀ ਜ਼ਮੀਨ ਦਾ ਨਹੀਂ ਸੀ ਹੋਇਆ। ਜਦੋਂ ਕਿ ਪਾਕਿਸਤਾਨ ਨੇ ਮਰਲਾ ਜ਼ਮੀਨ ਇਧਰੋਂ ਜਾਣ ਵਾਲੇ ਮੁਸਲਮਾਨ ਕਿਸਾਨਾਂ ਵਿੱਚ ਵੰਡ ਦਿੱਤੀ ਸੀ। ਮੇਰਾ ਪਰਿਵਾਰ ਪਾਕਿਸਤਾਨ ਵਿੱਚੋਂ ਉੱਜੜ ਕੇ ਇੱਧਰ ਆ ਕੇ ਆਰਥਿਕ ਇਨਸਾਫ ਲੈਣ ਲਈ 2 ਵਾਰ ਸੁਪਰੀਮ ਕੋਰਟ ਜਾ ਚੁੱਕਾ ਸੀ। ਮੁਕੱਦਮੇ ਲੜ ਕੇ ਅਸੀਂ ਤਬਾਹ ਹੋ ਚੁੱਕੇ ਸਾਂ। ਇਸ ਤਰ੍ਹਾਂ ਮੈਂ ਹਰ ਤਰ੍ਹਾਂ ਦੇ ਤਜਰਬੇ ਵਿੱਚੋਂ ਨਿਕਲ ਚੁੱਕਾ ਸਾਂ। ਇਸ ਟੈਕਸ ਦੇ ਮੁਕੱਦਮੇ ਨੇ ਮੇਰੀ ਜ਼ਿੰਦਗੀ ਦੇ ਕਈ ਸਾਲ ਬੇਕਾਰ ਕਰ ਦਿੱਤੇ ਸਨ। ਮੈਂ ਇੱਕ ਤਰ੍ਹਾਂ ਨਾਲ ਬਿਮਾਰ ਹੋ ਗਿਆ ਸਾਂ। ਜੇ ਕਿਤੇ ਦੂਰ ਢੋਲ ਵੱਜਦਾ ਤਾਂ ਮੈਨੂੰ ਲੱਗਦਾ ਜਿਵੇਂ ਮੇਰੀ ਜ਼ਮੀਨ ਦੀ ਕੁਰਕੀ ਹੋਣ ਲੱਗੀ ਹੈ। ਇਹ ਮੇਰਾ ਇਕੱਲੇ ਕਿਸਾਨ ਦਾ ਹਾਲ ਨਹੀਂ ਸੀ। ਉਹਨਾਂ ਦਿਨਾਂ ਵਿੱਚ ਬਹੁਤੇ ਕਿਸਾਨਾਂ ਨੂੰ ਮੈਂ ਨੀਂਦ ਦੀਆਂ ਗੋਲੀਆਂ ਕੰਪੋਜ਼ ਖਾਂਦਿਆਂ ਵੇਖਿਆ ਸੀ। ਲਗਭਗ ਕਈ ਕਿਸਾਨਾਂ ਦੀ
ਇਕੱਠੀ ਹੀ ਅੱਗੜ ਪਿੱਛੜ ਤਰੀਕ ਹੁੰਦੀ ਸੀ ਤੇ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਾਂ। ਜੇ ਇੱਕ ਜਣਾ ਨੀਂਦ ਦੀ ਗੋਲੀ ਖਾਣ ਲੱਗਦਾ ਤਾਂ ਉਹ ਸ਼ਿਸ਼ਟਾਚਾਰ ਦੇ ਤੌਰ ਤੇ ਦੂਜੇ ਅੱਗੇ ਵੀ ਕਰਦਾ, ਜਿਵੇਂ ਸਿਗਰਟਾਂ ਪੀਣ ਵਾਲੇ ਦੂਜੇ ਨੂੰ ਸੁਲਾਹ ਮਾਰਦੇ ਹਨ। ਹੈਰਾਨੀ ਇਹ ਹੁੰਦੀ ਕਿ ਨਾ ਕਹਿਣ ਦੀ ਥਾਂ ਦੂਜਾ ਕਿਸਾਨ ਵੀ ਗੋਲੀ ਲੈ ਕੇ ਉਸੇ ਪਾਣੀ ਨਾਲ ਹੀ ਖਾ ਲੈਂਦਾ। ਪਤਾ ਨਹੀਂ ਇਹ ਕਿਹੜੇ ਕਿਸਾਨ ਨੇ ਕਾਢ ਕੱਢੀ ਸੀ, ਪਰ ਇਹ ਪ੍ਰਚਲਿਤ ਬਹੁਤ ਹੋਈ ਸੀ। ਲਗਭਗ ਸਾਰਿਆਂ ਨੇ ਆਪਣੀਆਂ ਜ਼ਮੀਨਾਂ ਵੇਚਣੀਆਂ ਲਾਈਆਂ ਹੋਈਆਂ ਸਨ, ਪਰ ਗਾਹਕ ਕੋਈ ਨਹੀਂ ਸੀ। ਉਹਨਾਂ ਦਿਨਾਂ ਵਿੱਚ ਜੇ ਮੈਂ ਸ਼ਰਾਬ ਦੇ 2-3 ਪੈਗ ਪੀਂਦਾ ਤਾਂ ਮੈਨੂੰ ਨਸ਼ਾ ਆਉਣ ਦੀ ਥਾਂ ਅਚਵਾਈ ਜਿਹੀ ਲੜਨ ਲੱਗ ਪੈਂਦੀ ਤੇ ਮੈਂ ਬਹੁਤ ਬੇਚੈਨ ਹੋ ਜਾਂਦਾ। ਮੇਰਾ ਸਾਰਾ ਸਰੀਰ ਆਕੜਿਆ ਹੋਇਆ ਤੇ ਦੁਖਦਾ ਮਾਲੂਮ ਹੁੰਦਾ। ਸਾਰੀ ਰਾਤ ਮੈਂ ਉਸਲ ਵੱਟੇ ਭੰਨਦਾ ਰਹਿੰਦਾ। ਜੇ ਇੱਕ ਲੱਤ ਨੂੰ ਸਿੱਧੀ ਕਰਕੇ ਰੱਖਦਾ ਤਾਂ ਦੂਜੀ ਨੂੰ ਮੋੜ ਲੈਂਦਾ। ਇਸ ਤਰ੍ਹਾਂ ਸਾਰੀ ਰਾਤ ਪਾਸੇ ਪਰਤਦਾ ਰਹਿੰਦਾ ਤੇ ਘੜੀ ਘੜੀ ਪਿਸ਼ਾਬ ਕਰਨ ਜਾਂਦਾ। ਤੜਕੇ ਜਾ ਕੇ ਕਿਤੇ ਮੈਨੂੰ ਨੀਂਦ ਆਉਂਦੀ ਤੇ ਉਹ ਵੇਲਾ ਫਿਰ ਜਾਗਣ ਦਾ ਹੁੰਦਾ। ਇਸ ਬੇਚੈਨੀ ਜਿਹੀ ਦਾ ਕਰਕੇ ਮੈਂ ਸ਼ਰਾਬ ਪੀਣੀ ਬੰਦ ਕਰ ਦਿੱਤੀ, ਕਿਉਂਕਿ ਮੈਨੂੰ ਇਹ ਮੁਆਫਕ ਹੀ ਨਹੀਂ ਸੀ ਬਹਿੰਦੀ। ਪਰ ਬੇਚੈਨੀ ਫਿਰ ਵੀ ਉਸੇ ਤਰ੍ਹਾਂ ਹੀ ਰਹਿੰਦੀ। ਲਗਭਗ 2-2.5 ਸਾਲ ਮੈਂ ਸ਼ਰਾਬ ਨੂੰ ਹੱਥ ਵੀ ਨਾ ਲਾਇਆ। ਇੱਕ ਦਿਨ ਮੈਂ ਆਪਣੀ ਫੀਅਟ ਕਾਰ ਤੇ ਆਪਣੇ ਬੱਚਿਆਂ ਨਾਲ ਮਾਡਲ ਟਾਊਨ ਮਾਰਕੀਟ ਵੱਲ ਉਹਨਾਂ ਦੀ ਸਕੂਲ ਦੀ ਵਰਦੀ ਤੇ ਬੂਟ ਲੈਣ ਲਈ ਜਾ ਰਿਹਾ ਸਾਂ ਕਿ ਸਕਾਈ ਲਾਰਕ ਹੋਟਲ ਕੋਲ ਮੈਨੂੰ ਇਨਕਮ ਟੈਕਸ ਅਫਸਰ ਆਉਂਦਾ ਦੱਸਿਆ। ਪਹਿਲਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਕੋਲ ਕਾਰ ਵੀ ਹੈ। ਜੇ ਉਸ ਨੂੰ ਪਤਾ ਲੱਗ ਗਿਆ ਹੁੰਦਾ ਤਾਂ ਉਸ ਨੇ ਰਿਸ਼ਵਤ ਕਿਤੇ ਜ਼ਿਆਦਾ ਮੰਗਣੀ ਸੀ। ਇਸ ਘਬਰਾਹਟ ਜਿਹੀ ਵਿੱਚ ਹੀ ਮੇਰੇ ਕੋਲੋਂ ਕਾਰ ਗੋਲ ਚੱਕਰ ਵਿੱਚ ਵੱਜਦੀ ਮਸਾਂ ਬਚੀ। ਮੈਨੂੰ ਨਹੀਂ ਪਤਾ ਕਿ ਉਸ ਨੇ ਮੈਨੂੰ ਵੇਖ ਲਿਆ ਸੀ ਕਿ ਨਹੀਂ, ਪਰ ਮੇਰੇ ਅੰਦਰ ਇੱਕ ਵਿਚਾਰ ਤੂਫਾਨ ਵਾਂਗ ਉੱਠ ਖਲੋਇਆ। ਹੁਣ ਮੈਂ ਜਲਦ ਤੋਂ ਜਲਦ ਕਿਸੇ ਨਿਰਣੇ ਤੇ ਪਹੁੰਚਣਾ ਚਾਹੁੰਦਾ ਸਾਂ, ਆਰ ਜਾਂ ਪਾਰ। ਮੇਰੇ ਅੰਦਰ ਇੱਕ ਵਿਚਾਰ ਬਾਰ-ਬਾਰ ਉੱਠਦਾ ਰਿਹਾ ਸੀ ਕਿ ਜੇ ਅੱਜ ਐਕਸੀਡੈਂਟ ਹੋ ਜਾਂਦਾ ਤਾਂ ਮੇਰੇ ਸਾਰੇ ਪਰਿਵਾਰ ਦਾ ਮਰਨਾ ਤੈਅ ਸੀ, ਕਿਉਂਕਿ ਮੇਰੇ ਅਗਲੇ ਪਾਸਿਓਂ ਇੱਕ ਟਰੱਕ ਆ ਰਿਹਾ ਸੀ ਤੇ ਪਿੱਛੋਂ ਬੜੀ ਤੇਜ਼ ਸਪੀਡ ਦੇ ਨਾਲ ਬੱਸ ਆ ਰਹੀ ਸੀ। ਬੱਸ ਨੇ ਕਾਰ ਤੇ ਆ ਚੜ੍ਹਨਾ ਸੀ ਤੇ ਸਾਬਣਦਾਨੀ ਵਰਗੀ ਫੀਅਟ ਕਾਰ ਨੇ ਬੱਸ ਥੱਲੇ ਆ ਕੇ ਪਤਾਸੇ ਵਾਂਗ ਫਿਸ ਜਾਣਾ ਸੀ। ਜੇ ਟਰੱਕ ਵਿੱਚ ਵੱਜਦੀ ਫਿਰ ਵੀ ਪੂਰੀ ਤਰ੍ਹਾਂ ਕੁਚਲੀ ਜਾਣੀ ਸੀ। ਮੈਂ ਤਾਂ ਮਰਦਾ ਹੀ ਸਾਰੇ ਟੱਬਰ ਨੂੰ ਵੀ ਨਾਲ ਲੈ ਬੈਂਦਾ। ਮੈਂ ਆਰ-ਪਾਰ ਦੀ ਸੋਚ ਕੇ ਹੀ ਗੁੱਸੇ ਵਿੱਚ ਉਸ ਨੂੰ ਮਿਲਿਆ ਤੇ ਛਿੱਤਰ ਵੀ ਵਿਖਾਇਆ ਤੇ ਚਾਂਦੀ ਦੀ ਜੁੱਤੀ ਵੀ ਮਾਰੀ, ਤਾਂ ਕਿਤੇ ਜਾ ਕੇ ਇਹ ਮਸਲਾ ਹੱਲ ਹੋਇਆ। ਬਾਅਦ ਵਿੱਚ ਜੱਟਾਂ ਤੇ ਹੋਰ ਸਿੱਖਾਂ ਨੂੰ ਹਿੰਦੂ ਕਿਵੇਂ ਮੰਨਿਆ ਗਿਆ, ਇਹ ਗੱਲ ਦੱਸਣੀ ਵੀ ਬੜੀ ਜ਼ਰੂਰੀ ਹੈ। ਹਾਈ ਕੋਰਟ ਨੇ ਇੱਕ ਫੈਸਲਾ ਸੰਵਿਧਾਨ ਦੀ ਧਾਰਾ 25 ਨੂੰ ਮੁੱਖ ਰੱਖ ਕੇ ਪ੍ਰੀਤਮ ਸਿੰਘ ਬਨਾਮ ਅਸਿਸਟੈਂਟ ਕਮਿਸ਼ਨਰ ਅਸਟੇਟ ਡਿਊਟੀ ਦਿੱਤਾ ਕਿ ਸਾਰੇ ਹੀ ਸਿੱਖ ਆਜ਼ਾਦ ਭਾਰਤ ਵਿੱਚ ਹਿੰਦੂ ਹਨ। ਕਸਟਮਰੀ ਤੇ ਹੋਰ ਅਖੌਤੀ ਕਾਨੂੰਨ ਤੇ ਅੰਗਰੇਜ਼ਾਂ ਦੇ ਬਣਾਏ ਹੋਏ ਹੋਰ ਕਾਨੂੰਨ ਅੰਗਰੇਜ਼ਾਂ ਦੇ ਜਾਣ ਨਾਲ ਹੀ ਖਤਮ ਹੋ ਚੁੱਕੇ ਹਨ। ਹੁਣ ਹਰ ਜੱਟ ਦੀ ਜ਼ਮੀਨ ਵਿੱਚ ਉਸ ਦੇ ਸ਼ਰੀਕ ਦਾ ਹਿੱਸਾ ਨਹੀਂ, ਸਗੋਂ ਧੀ ਦਾ ਹਿੱਸਾ ਮੰਨਿਆ ਜਾਂਦਾ। ਪਰ ਮਹਿਕਮਾ ਇਨਕਮ ਟੈਕਸ ਨੇ ਹਾਈ ਕੋਰਟ ਦੇ ਇਸ ਹੁਕਮ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ। ਅਪੀਲ ਦਾਖਲ ਹੋ ਗਈ ਸੀ, ਪਰ ਥੋੜੇ ਜਿਹੇ ਚਿਰ ਲਈ ਕੇਂਦਰ ਵਿੱਚ ਪ੍ਰਧਾਨ ਮੰਤਰੀ ਚਰਨ ਸਿੰਘ ਦੀ ਸਰਕਾਰ ਬਣੀ, ਜੋ ਇੱਕ ਕਿਸਾਨ ਸੀ ਤੇ ਕਿਸਾਨ ਆਗੂ ਵਜੋਂ ਹੀ ਜਾਣਿਆ ਜਾਂਦਾ ਸੀ। ਉਸ ਨੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਹ ਅਪੀਲ ਵਾਪਸ ਲੈ ਲਈ। ਹੁਣ ਸਾਰੇ ਭਾਰਤ ਦੇ ਲੋਕ ਮੁਸਲਮਾਨਾਂ ਤੇ ਈਸਾਈਆਂ ਨੂੰ ਛੱਡ ਕੇ ਹਿੰਦੂ ਹਨ ਤੇ ਉਹਨਾਂ ਸਾਰਿਆਂ ਤੇ ਇੱਕ ਬਰਾਬਰ ਹਿੰਦੂ ਕਾਨੂੰਨ ਲਾਗੂ ਹੁੰਦੇ ਹਨ। ਬਸ ਇੱਥੇ ਆ ਕੇ ਹੀ ਸਿੱਖ ਬਹੁ ਗਿਣਤੀ ਹਿੰਦੂ ਅਜਗਰ ਦੇ ਵਲੇਵੇਂ ਵਿੱਚ ਆ ਗਈ ਹੈ ਤੇ ਹੁਣ ਇਸ ਨੂੰ ਨਿਗਲੇ ਜਾਣ ਤੋਂ ਕੋਈ ਨਹੀਂ ਬਚਾ ਸਕਦਾ। ਜਦੋਂ ਔਰੰਗਜ਼ੇਬ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਇਤਿਹਾਸ ਗਵਾਹ ਹੈ ਕਿ ਉਸ ਨੇ ਕੋਈ ਹਿੰਦੂ ਕਤਲ ਨਹੀਂ ਕੀਤਾ। ਹਿੰਦੂ ਇਤਿਹਾਸਕਾਰਾਂ ਨੇ, ਅਨਪੜ੍ਹ ਸਿੱਖ ਰਾਗੀ ਢਾਡੀਆਂ ਨੇ ਇਸ ਕਿਸਮ ਦੀਆਂ ਕਹਾਣੀਆਂ ਘੜ ਲਈਆਂ ਜੋ ਸਿੱਖਾਂ ਨੂੰ ਸੁਣਾ ਕੇ ਉਹਨਾਂ ਨੂੰ ਨੀਮ ਪਾਗਲ ਕਰ ਦਿੱਤਾ ਹੈ। ਉਹ 1.25 ਮਣ ਜੰਜੂ ਜ਼ਰੂਰ ਲਾਉਂਦਾ ਸੀ, ਹੋ ਸਕਦਾ ਇਸ ਤੋਂ ਵੀ ਜ਼ਿਆਦਾ ਲਾਉਂਦਾ ਹੋਵੇ, ਪਰ ਤਲਵਾਰ ਨਾਲ ਉਸ ਨੇ ਕੋਈ ਹਿੰਦੂ ਵੱਢ ਕੇ ਮੁਸਲਮਾਨ ਨਹੀਂ ਬਣਾਇਆ। ਉਸ ਨੂੰ ਖੂਨ ਤੇ ਕਤਲੋ-ਗਾਰਤ ਕਰਨ ਦੀ ਲੋੜ ਹੀ ਕੀ ਸੀ। ਤਿੰਨਾਂ ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਦੇ ਸਿੱਖ ਕਿਸਾਨ ਜਿਹੜੇ 1971 ਦੇ ਆਮਦਨ ਕਰ ਦੀ ਮਾਰ ਥੱਲੇ ਆਉਂਦੇ ਸਨ, ਆਪ ਹੀ ਭੱਜ ਕੇ ਹਿੰਦੂ ਬਣਦੇ ਸਨ। ਇਨਕਮ ਟੈਕਸ ਅਫਸਰ ਤਾਂ ਇਹਨਾਂ ਦੇ ਜ਼ੋਰ ਦੇਣ ਤੇ ਵੀ ਇਹਨਾਂ ਨੂੰ ਹਿੰਦੂ ਨਹੀਂ ਸਨ ਮੰਨਦੇ।
ਅਸੀਂ ਕਿਸਾਨ ਹੀ ਭੱਜ ਕੇ ਬਿਆਨ ਹਲਫੀਆ ਦਿੰਦੇ ਸੀ ਤੇ ਹੋਰ ਸਬੂਤ ਪੇਸ਼ ਕਰਦੇ ਸੀ ਜਿਨ੍ਹਾਂ ਨਾਲ ਸਾਬਤ ਹੋਵੇ ਕਿ ਅਸੀਂ ਹਿੰਦੂ ਹਾਂ। ਸਗੋਂ ਅਸੀਂ ਤਾਂ ਇਹ ਵੀ ਕਹਿੰਦੇ ਸਾਂ ਕਿ ਸਰਕਾਰ ਸਾਡੇ ਨਾਲ ਵਿਤਕਰਾ ਕਰਦੀ ਹੈ, ਅਸੀਂ ਹਿੰਦੂ ਹਾਂ, ਪਰ ਇਹ ਮੰਨਦੀ ਨਹੀਂ। ਚਲੋ ਮੈਂ ਤਾਂ ਜੱਟ ਨਹੀਂ ਸੀ, ਇਸ ਕਰਕੇ ਬਿਆਨ ਹਲਫੀਆ ਦੇ ਦਿੱਤਾ ਕਿ ਮੈਨੂੰ ਹਿੰਦੂ ਸਮਝਿਆ ਜਾਵੇ, ਪਰ ਜੱਟ ਵੀ ਤਾਂ ਇਹੋ ਚਾਰਾਜੋਈ ਕਰ ਰਹੇ ਸਨ ਕਿ ਸਾਨੂੰ ਹਿੰਦੂ ਮੰਨਿਆ ਜਾਵੇ। ਅਖੀਰ ਜੱਟਾਂ ਨੇ ਵੀ ਹਾਈ ਕੋਰਟ ਵਿੱਚ ਰਿਟ ਕੀਤੀ, ਜੋ ਪ੍ਰੀਤਮ ਸਿੰਘ ਬਨਾਮ ਅਸਿਸਟੈਂਟ ਕਮਿਸ਼ਨਰ ਸਟੇਟ ਡਿਊਟੀ 1976 103 ITR P&H FB ਸੀ ਕਿ ਸਾਨੂੰ ਵੀ ਹਿੰਦੂ ਸਮਝਿਆ ਜਾਵੇ ਤੇ ਹਾਈ ਕੋਰਟ ਨੇ ਇਹ ਮੰਨ ਵੀ ਲਿਆ ਸੀ। ਇਸੇ ਤਰ੍ਹਾਂ ਹੀ ਔਰੰਗਜ਼ੇਬ ਵੇਲੇ ਵੀ ਹਿੰਦੂ ਭੱਜ ਕੇ ਜਾਂਦੇ ਸਨ ਕਿ ਜੰਝੂ ਲਾ ਕੇ ਔਰੰਗਜ਼ੇਬ ਵੱਲੋਂ ਡਾਹੀ ਹੋਈ ਮੰਜੀ ਤੇ ਰੱਖੀ ਜਾਂਦੇ ਸਨ ਤੇ ਨਾਲ ਹੀ ਆਖੀ ਜਾਂਦੇ ਸਨ, ਹਜੂਰ ਅੱਜ ਤੋਂ ਅਸੀਂ ਮੁਸਲਮਾਨ ਹੋਏ। ਨੁਕਤਾ ਇੱਥੇ ਵੀ ਉਹੀ ਹੈ ਜੋ ਸਿੱਖਾਂ ਦਾ ਸੀ। ਭਾਰਤ ਸਰਕਾਰ ਵਾਂਗ ਔਰੰਗਜ਼ੇਬ ਨੇ ਵੀ ਜਜ਼ੀਆ ਲਾ ਦਿੱਤਾ ਸੀ ਜੋ ਹਿੰਦੂ ਤਾਰ ਸਕਣ ਤੋਂ ਅਸਮਰੱਥ ਸਨ। ਇੱਕ ਜਜ਼ੀਆ ਹੀ ਨਹੀਂ, ਹੋਰ ਵੀ ਬਹੁਤ ਸਾਰੇ ਟੈਕਸ ਸਨ। ਉਹਨਾਂ ਕਰਕੇ ਹੀ ਹਿੰਦੂ ਧੜਾ ਧੜ ਮੁਸਲਮਾਨ ਬਣਦੇ ਜਾ ਰਹੇ ਸਨ। ਜੇ ਇਹ ਗੱਲ ਨਾ ਹੁੰਦੀ ਤਾਂ ਔਰੰਗਜ਼ੇਬ 22 ਧਰ ਦੇ ਰਾਜਿਆਂ ਨੂੰ ਵੀ ਮੁਸਲਮਾਨ ਬਣਨ ਲਈ ਨਾ ਕਹਿੰਦਾ। ਜੇ ਉਸ ਨੇ ਇਸਲਾਮ ਵੀ ਫੈਲਾਉਣਾ ਸੀ ਤਾਂ ਉਸ ਨੇ ਹਿੰਦੂਆਂ ਦੇ ਉੱਚ ਤਬਕੇ ਨੂੰ ਇਸ ਵਿੱਚ ਸ਼ਾਮਲ ਕਿਉਂ ਨਾ ਕੀਤਾ। ਤਲਵਾਰ ਨੇ ਤਾਂ ਮੁਸਲਮਾਨ ਬਣਨ ਤੋਂ ਜੋ ਵੀ ਆਨਾਕਾਨੀ ਕਰਦਾ ਝਟਕਾ ਕੇ ਪਰਾਂ ਮਾਰਨਾ ਸੀ। ਨਾਲੇ ਇਸ ਤਰ੍ਹਾਂ ਕਰਨ ਨਾਲ ਇਸਲਾਮ ਵਿੱਚ ਵੀ ਅਮੀਰ ਵਰਗ ਦਾ ਵਾਧਾ ਹੁੰਦਾ। ਔਰੰਗਜ਼ੇਬ ਨੇ ਗਰੀਬ ਜਿਹੇ ਹਿੰਦੂਆਂ ਕੋਲੋਂ ਕੀ ਲੈਣਾ ਸੀ। ਇਸੇ ਤਰ੍ਹਾਂ ਹੀ ਉਸ ਨੇ ਦਲਿਤ ਵਰਗ ਨੂੰ ਕੁਝ ਨਹੀਂ ਕਿਹਾ। ਅਛੂਤ ਤਾਂ ਉਹ ਹਿੰਦੂਆਂ ਵਾਸਤੇ ਸਨ, ਮੁਸਲਮਾਨ ਧਰਮ ਵਿੱਚ ਤਾਂ ਸਭ ਬਰਾਬਰ ਹਨ। ਔਰੰਗਜ਼ੇਬ ਨੂੰ ਤਾਂ ਉਹਨਾਂ ਨੂੰ ਮੁਸਲਮਾਨ ਬਣਾਉਣ ਦਾ ਪੂਰਾ ਹੀ ਸਵਾਬ ਮਿਲਣਾ ਸੀ। ਅਸਲ ਵਿੱਚ ਉਸ ਨੇ ਜਜ਼ੀਆ ਤੇ ਹੋਰ ਹਿੰਦੂ ਟੈਕਸ ਲਾਏ ਹੋਏ ਸਨ। ਉੱਪਰਲਾ ਅਮੀਰ ਤਬਕਾ ਚੁੱਪ ਚਪੀਤੇ ਤਾਰ ਦਿੰਦਾ ਸੀ ਤੇ ਇਸ ਤਰ੍ਹਾਂ ਬਾਦਸ਼ਾਹ ਦੇ ਗੁੱਸੇ ਤੋਂ ਬਚ ਜਾਂਦਾ ਸੀ। ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ ਗੁੱਸੇ ਵਿੱਚ ਆ ਕੇ ਇਹ ਹੁਕਮ ਦਿੱਤਾ ਸੀ ਕਿ ਮਹਾਰਾਜਾ ਆਲਾ ਸਿੰਘ ਦੇ ਵਾਲ ਮੁੰਨ ਦਿਓ, ਤਾਂ ਉਸ ਨੇ ਅਰਜ਼ ਗੁਜ਼ਾਰੀ ਕਿ ਮੈਂ ਆਪਣੇ ਵਾਲ ਖਰੀਦਣਾ ਚਾਹੁੰਦਾ ਹਾਂ। ਬਾਦਸ਼ਾਹ ਮੰਨ ਗਿਆ। ਆਲਾ ਸਿੰਘ ਨੇ ਰਕਮ ਤਾਰ ਦਿੱਤੀ ਤੇ ਵਾਲ ਮੁੰਨ ਹੋਣ ਤੋਂ ਬਚ ਗਏ। ਗਰੀਬ ਨੂੰ ਤਾਂ ਆਮ ਤੌਰ ਤੇ ਸਾਰੀਆਂ ਹੀ ਸਰਕਾਰਾਂ ਟੈਕਸਾਂ ਤੋਂ ਛੋਟ ਦੇ ਦਿੰਦੀਆਂ ਹਨ। ਜਿਨ੍ਹਾਂ ਗਰੀਬਾਂ ਕੋਲ ਦੋ ਡੰਗ ਖਾਣ ਲਈ ਰੋਟੀ ਲਈ ਪੈਸੇ ਨਹੀਂ ਹੁੰਦੇ, ਉਹਨਾਂ ਨੇ ਟੈਕਸ ਕਿੱਥੋਂ ਦੇਣਾ ਹੈ। ਇਹੋ ਕੁਝ ਹੀ ਔਰੰਗਜ਼ੇਬ ਵੇਲੇ ਹੋਇਆ ਤੇ ਇਹੋ ਹੀ ਭਾਰਤ ਸਰਕਾਰ ਵੇਲੇ ਹੋ ਰਿਹਾ। ਦਰਮਿਆਨਾ ਤਬਕਾ ਹੀ ਉਦੋਂ ਟੈਕਸ ਦੀ ਮਾਰ ਥੱਲੇ ਸੀ ਤੇ ਦਰਮਿਆਨਾ ਤਬਕਾ ਹੀ ਹੁਣ ਟੈਕਸ ਦੀ ਮਾਰ ਥੱਲੇ। ਇੱਧਰ ਵੀ ਵੈਲਥ ਟੈਕਸ, ਗਿਫਟ ਟੈਕਸ, ਸਟੇਟ ਡਿਊਟੀ ਟੈਕਸ, ਕੈਪੀਟਲ ਗੇਨ ਟੈਕਸ ਬਚਾਉਣ ਲਈ ਭਾਰਤ ਦਾ ਸਿੱਖ ਕੀ ਵਪਾਰੀ, ਕੀ ਕਾਰਖਾਨੇਦਾਰ ਤੇ ਕੀ ਕਿਸਾਨ ਹਿੰਦੂ ਬਣ ਰਿਹਾ ਸੀ। ਹਿੰਦੂ ਤਾਂ ਉਦੋਂ ਹੀ ਬਣ ਗਿਆ ਸੀ ਜਿਸ ਦਿਨ ਸੰਵਿਧਾਨ ਲਾਗੂ ਹੋਇਆ ਸੀ। ਸੰਵਿਧਾਨ ਅਨੁਸਾਰ ਇਕੱਲੇ ਸਿੱਖ ਨੂੰ ਹੀ ਹਿੰਦੂ ਨਹੀਂ ਸੀ ਸਮਝਿਆ ਗਿਆ, ਸਗੋਂ ਇਹਨਾਂ ਦੇ ਗੁਰਦੁਆਰੇ ਵੀ ਮੰਦਿਰ ਹੀ ਸਮਝੇ ਗਏ ਸਨ। ਸੰਵਿਧਾਨ ਦੀ ਧਾਰਾ 25B 2 ਬੜੀ ਸਪਸ਼ਟ ਹੈ, ਅਰਥਾਤ ਸਿੱਖ ਵੀ ਜੈਨੀਆਂ ਤੇ ਬੋਧੀਆਂ ਵਾਂਗ ਹਿੰਦੂ ਹਨ ਤੇ ਇਸੇ ਸੰਦਰਭ ਵਿੱਚ ਹੀ ਇਹਨਾਂ ਦੇ ਧਾਰਮਿਕ ਅਸਥਾਨ ਹਨ। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ। ਭਾਗ 15ਵਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।